परम सम्मान जो गुरु प्यारिओ, वाहिगुरू जी का खालसा, वाहिगुरू जी की फतेह। सिख मिशन कालेज वालों SMC गुरमत क्लास विच आप सारिਆਂ ਨੂੰ जी आया, आप सारिਆਂ ਦਾ स्वागत है। बड़े पिछले लंबे समय तो ਅਸੀਂ श्लोक सहस्कृति ਦੀ ਲੜੀਵਾਰ ਵਿਚਾਰ ਕਰਦੇ ਸੀ ਜੋ ਪਿਛਲੇ ਹਫ਼ਤੇ ਸੰਪੂਰਨ ਹੋਈ। ਅੱਜ ਅਸੀਂ ਛੋਟੀ ਬਾਣੀ ਜਿਹਦਾ ਨਾਮ ਸਦ ਹੈ, ਜੋ ਰਾਮਪੁਰੀ ਰਾਗ ਵਿੱਚ ਉਚਾਰਨ ਕੀਤੀ ਹੋਈ ਬਾਬਾ ਸੁੰਦਰ ਜੀ ਦੀ ਜੋ ਪੜਪੋਤਰੇ ਲੱਗਦੇ ਸਨ ਸਤਿਗੁਰੂ ਗੁਰੂ ਅਮਰਦਾਸ ਜੀ ਦੇ, ਉਸ ਬਾਣੀ ਦੀ ਆਰੰਭਤਾ ਕਰ ਰਹੇ ਹਾਂ। ਇਹ ਬਾਣੀ ਦੀ ਆਰੰਭਤਾ ਕਿਉਂ ਕਰ ਰਹੇ ਹਾਂ? ਕੁਝ ਜ਼ਰੂਰੀ ਵਿਚਾਰਾਂ ਸਾਨੂੰ ਜ਼ਰੂਰੀ ਕਰਨੀਆਂ ਬਣਦੀਆਂ ਹਨ। ਕਾਰਨ ਬੜਾ ਸਪਸ਼ਟ ਹੈ ਕਿ ਮੌਤ ਹਰ ਵਿਅਕਤੀ ਨੂੰ ਆਉਣੀ ਹੈ। ਜੋ ਵੀ ਸੰਸਾਰ ਵਿੱਚ ਜਿਸ ਦਾ ਜਨਮ ਹੋਇਆ ਉਹ ਸੰਸਾਰ ਤੋਂ ਚਲੇ ਜਾਣਾ। ਜਦੋਂ ਆਤਮਾ ਪਰਮਾਤਮਾ ਦੀ ਭੇਜੀ ਹੋਈ ਇਹ ਅੰਸ਼ ਸਰੀਰ ਨੂੰ ਛੱਡ ਜਾਂਦੀ ਹੈ, ਜਿਹਨੂੰ ਅਸੀਂ ਜੋਤ ਕਹਿ ਦਿੰਦੇ ਹਾਂ, ਜੀਵ ਦੀ ਮੌਤ ਹੋ ਜਾਂਦੀ ਹੈ। ਜੀਵ ਇਹ ਪੰਚ ਭੌਤਿਕ ਸਰੀਰ ਵਿੱਚੋਂ ਨਿਕਲ ਕੇ ਜੀਵ ਆਤਮਾ ਨਿਕਲ ਕੇ ਪ੍ਰਭੂ ਵਿੱਚ ਭੇਦ ਹੋ ਜਾਂਦਾ ਹੈ, ਜਾਂ ਆਵਾਗਮਨ ਦਾ ਚੱਕਰ ਹੈ ਜੋ ਪ੍ਰਵੇਸ਼ ਕਰ ਜਾਂਦਾ, ਉਹ ਚੱਲਦਾ ਰਹਿੰਦਾ ਹੈ। ਇਹ ਮਾਲਕ ਦੇ ਹੱਥ ਹੈ, ਫਿਰ ਕਰਤੇ ਦੀਆਂ ਕਰਤਾ ਜਾਂਦਾ ਹੈ, ਅਸੀਂ ਇਹਦੇ ਬਾਰੇ ਜਾਣ ਨਹੀਂ ਸਕਦੇ। ਮ੍ਰਿਤਕ ਸਰੀਰ ਤੋਂ ਬਾਅਦ ਦੇ ਜਿਹੜੇ ਕਰਮ ਹਨ, ਕਿਉਂਕਿ ਸਾਡੇ ਉੱਤੇ ਅਨਮਤੀ ਪ੍ਰਭਾਵ ਬਹੁਤ ਜ਼ਿਆਦਾ ਹੈ, ਔਰ ਸਾਡੇ ਬਹੁਤ ਸਾਰੇ ਸਿੱਖ ਪਰਿਵਾਰ ਜਿਹੜੇ ਹਨ ਬੜੇ ਸਪਸ਼ਟ ਆਦੇਸ਼ ਹੋਣ ਦੇ ਬਾਵਜੂਦ ਵੀ ਉਹੀ ਕਰਮ ਕਰਦੇ ਹਨ ਜਿਹੜੇ ਕਰਮ ਦੂਜੇ ਧਰਮਾਂ ਵਿੱਚ ਕੀਤੇ ਜਾਂਦੇ ਹਨ ਜਾਂ ਸਾਡੇ ਗੁਆਂਢੀ ਧਰਮ ਵਿੱਚ ਕੀਤੇ ਜਾਂਦੇ ਹਨ, ਕਿਉਂਕਿ ਉਹਨਾਂ ਦਾ ਪ੍ਰਭਾਵ ਸਾਡੇ ਤੇ ਬਹੁਤ ਜ਼ਿਆਦਾ ਹੈ। ਤਾਂ ਸਦ ਬਾਣੀ ਵਿੱਚ ਬਹੁਤ ਕੁਝ ਐਸਾ ਸਮਝਾਇਆ ਗਿਆ ਜਿਹਦੀ ਵਿਚਾਰ ਅਸੀਂ ਸਰਵਣ ਕਰਾਂਗੇ। ਇਸ ਬਾਣੀ ਨੂੰ, ਕਿਉਂਕਿ ਜਨਮ ਤੇ ਮੌਤ ਜੀਵਨ ਦੇ ਪਹਿਲੂ ਹਨ, ਇੱਕ ਜਨਮ ਸੰਸਕਾਰ ਹੈ, ਇੱਕ ਮ੍ਰਿਤਕ ਸੰਸਕਾਰ ਹੈ, ਉਹ ਸਾਰੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਅੱਜ ਇਸ ਬਾਣੀ ਦੀ ਆਰੰਭਤਾ ਕਰ ਰਹੇ ਹਾਂ। ਭੂਮਿਕਾ ਬਾਣੀ ਕਿਦੋਂ ਉਚਾਰਨ ਹੋਈ, ਕਿਸ ਤਰ੍ਹਾਂ ਕਿਸ ਨੇ ਉਚਾਰਨ ਕੀਤੀ, ਜਾਂ ਇਸ ਬਾਣੀ ਦਾ ਮਜ਼ਮੂਨ ਕੀ ਹੈ, ਇਹ ਸਾਡੇ ਨਾਲ ਸਾਂਝ ਕਰਨਗੇ ਵੀਰ ਗੁਰਿੰਦਰਪਾਲ ਸਿੰਘ ਜੀ। ਬੇਨਤੀ ਕਰਦਾ ਵੀਰ ਜੀ ਕਿਰਪਾ ਕਰੋ, ਅੱਜ ਦੇ ਇਸ ਸਦ ਬਾਣੀ ਦੀ ਜੋ ਰਾਮਪੁਰੀ ਰਾਗ ਵਿੱਚ ਉਚਾਰਨ ਕੀਤੀ ਹੋਈ ਹੈ, ਆਪ ਜੀ ਉਹਦੇ ਬਾਰੇ ਵਿਚਾਰ ਆਪਣੇ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀਓ। ਪਿਆਰੇ ਸਤਸੰਗੀਓ, ਸਿੱਖ ਮਿਸ਼ਨਰੀ ਕਾਲਜ ਦੀ USA ਦੀ ਗੁਰਮਤ ਕਲਾਸ ਵਿੱਚ ਰੋਜ਼ਾਨਾ ਆਪ ਜੀ 6 ਦਿਨ ਦਰਸ਼ਨ ਦਿੰਦੇ ਹੋ ਹਫ਼ਤੇ ਦੇ, ਔਰ ਗੁਰਮਤ ਦੇ ਵੱਖ-ਵੱਖ ਵਿਚਾਰਾਂ ਨੂੰ ਵੱਖ-ਵੱਖ ਵੀਰਾਂ ਪਾਸੋਂ ਭੈਣਾਂ ਪਾਸੋਂ ਸਰਵਣ ਕਰਦੇ ਹੋ। ਤੇ ਆਪ ਸਦ ਬਾਣੀ ਦੀ ਵਿਚਾਰ ਜੋ ਕਿ ਰਾਮਕਲੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਕ ਨੰਬਰ 923 ਤੇ ਸੁਭਾਇਮਾਨ ਹੈ, ਉਸ ਦੀ ਵਿਚਾਰ ਅਸੀਂ ਕਰਨੀ ਹੈ। ਉਸ ਤੋਂ ਪਹਿਲਾਂ ਸਾਨੂੰ ਪੂਰਨ ਜਾਣਕਾਰੀ ਹੋਣੀ ਚਾਹੀਦੀ ਕਿ ਇਹ ਬਾਣੀ ਕਿਸ ਨੇ ਲਿਖੀ ਹੈ, ਇਹਦੇ ਕਾਰਨ ਕੀ ਸਨ ਲਿਖਣ ਦੇ, ਔਰ ਇਸ ਬਾਣੀ ਦੀ ਗੁਰਮਤ ਵਿੱਚ ਤੇ ਸਿੱਖ ਦੇ ਜੀਵਨ ਵਿੱਚ ਕੀ ਮਹੱਤਤਾ ਹੈ।
ਗੁਰਬਾਣੀ ਨੂੰ ਲਿਖਣ ਵਾਲੇ ਇਸ ਸਦਬਾਣੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਲਿਖੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬੇਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ, ਉਹਨਾਂ ਦੇ ਪੁੱਤਰ ਬਾਬਾ ਆਨੰਦ ਜੀ ਤੇ ਉਹਨਾਂ ਦੇ ਪੁੱਤਰ ਬਾਬਾ ਸੁੰਦਰ ਜੀ, ਇਹ ਪੜਪੋਤੇ ਹੋ ਗਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ। ਇਹ ਉਸ ਟਾਈਮ ਲਿਖੀ ਗਈ ਜਦ ਇਹ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਅਖੀਰਲੇ ਸਮੇਂ 'ਚ ਸਾਰੇ ਸੰਗੀ ਸਾਥੀਆਂ ਨੂੰ ਇਕੱਤਰ ਕਰਕੇ ਉਪਦੇਸ਼ ਦੇ ਤੌਰ ਤੇ ਦੇ ਰਹੇ ਸਨ। ਤੇ ਇਸ ਤਰ੍ਹਾਂ ਸਮਝਿਆ ਜਾਏ ਕਿ ਇਹ ਬਾਣੀ ਇੱਕ ਸਿੱਖ ਜੀਵਨ ਦੀ, ਸਿੱਖ ਪੰਥ ਦੀ, ਸਿੱਖ ਵਿਚਾਰਧਾਰਾ ਦੀ ਵਸੀਅਤ ਹੈ। ਇੱਕ ਵਸੀਅਤ ਕਰਕੇ ਦੇ ਕੇ ਗਏ ਹਨ ਕਿ ਸਿੱਖ ਨੇ ਆਪਣੇ ਜੀਵਨ ਦੇ ਅੰਦਰ ਕਿਸ ਤਰੀਕੇ ਨਾਲ ਆਪਣੇ ਜੀਵਨ ਨੂੰ ਜੀਣਾ ਹੈ, ਔਰ ਉਹ ਢੰਗ, ਉਹ ਤਰੀਕਾ, ਔਰ ਕੀ ਉਸ ਦੇ ਅੰਦਰ ਦੀ ਜਿਹੜੀ ਅਵਸਥਾ ਹੋਣੀ ਚਾਹੀਦੀ, ਔਰ ਉਸ ਅਵਸਥਾ ਨੂੰ ਕਿਸ ਤਰੀਕੇ ਨਾਲ ਕਾਬੂ ਕਰਨਾ ਹੈ, ਆਪਣੇ ਘਰ ਦੇ ਵਾਤਾਵਰਨ ਨੂੰ ਕਿਸ ਤਰੀਕੇ ਨਾਲ ਗੁਰਬਾਣੀਮਈ ਬਣਾਉਣਾ ਹੈ, ਇਹ ਸਾਰੇ ਪੱਖ ਇਸ ਬਾਣੀ ਵਿੱਚ ਰੱਖਦੇ ਹਨ। ਕਿਉਂਕਿ ਸਿੱਖ ਨੂੰ ਪਹਿਲਾਂ ਇਹ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਰੱਬ ਜੀ ਇਸ ਸੰਸਾਰ ਦੇ ਕ੍ਰੀਏਟਰ ਹਨ, ਸਾਨੂੰ ਬਣਾਉਣ ਵਾਲੇ ਹਨ। ਜਨਮ ਔਰ ਮੌਤ ਰੱਬ ਜੀ ਦੇ ਹੱਥ ਵਿੱਚ ਹੈ। ਇਸ ਗੱਲ ਨੂੰ ਹਰ ਸਿੱਖ ਨੇ ਜਨਮ ਤੋਂ ਲੈ ਕੇ ਮੌਤ ਤੱਕ, ਜਦ ਉਹ ਸਿੱਖ ਦੀ ਵਿਚਾਰਧਾਰਾ ਗੁਰਬਾਣੀ ਨੂੰ ਪੜ੍ਹਦਾ ਹੈ ਤੇ ਅਪਣਾਉਂਦਾ ਹੈ, ਉਸ ਨੂੰ ਜ਼ਿਹਨ ਵਿੱਚ ਵਸਾ ਲਵੇ। ਇਸ ਗੱਲ ਦੀ ਪੂਰਨ ਤੌਰ ਤੇ ਸਤਿਗੁਰ ਨੇ ਪ੍ਰਬੰਧ ਗੁਰਬਾਣੀ 'ਚ ਹਰ ਬਾਣੀ ਦੇ ਹਰ ਇੱਕ ਸ਼ਬਦ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ। ਔਰ ਜਦ ਇਹ ਬਾਣੀ ਉਚਾਰਨ ਕੀਤੀ ਗਈ, ਇਸ ਬਾਣੀ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਰਾਗ ਵਿੱਚ ਗੁਰੂ ਦਰਜ ਕੀਤਾ, ਔਰ ਇਹ ਬਾਣੀ ਆਦਿ ਬੀੜ ਵਿੱਚ ਦਰਜ ਹੈ। ਸੋ ਅਗਲੀਆਂ ਬੀੜਾਂ ਵਿੱਚ ਇਹ ਆਂਦੀ ਚਲੀ ਗਈ, ਔਰ ਇਸ ਬਾਣੀ ਦੇ ਅੰਦਰ ਸਾਨੂੰ ਹਰ ਉਸ ਭਾਂਤ ਭਾਂਤ ਦੀ ਪਰਿਭਾਸ਼ਾ, ਜਿਹੜਾ ਭੁਲੇਖਾ ਮਨ ਦੇ ਅੰਦਰ ਸੀ, ਭਟਕਣਾ ਮਨ ਦੇ ਅੰਦਰ ਸੀ, ਉਹ ਸਾਰੀ ਭਟਕਣਾਵਾਂ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਦੂਰ ਕਰਨ ਦਾ ਤੇ ਸਮਝ ਪੈਦਾ ਕਰਨ ਦਾ ਢੰਗ ਸਮਝਾਇਆ ਹੈ। ਕਿਉਂਕਿ ਸਤਿਗੁਰ ਜੀ ਅੰਤਲੇ ਸਮੇਂ ਇਹ ਜਾਣਦੇ ਸਨ ਕਿ ਇਹ ਨਾ ਹੋਵੇ ਕਿ ਸਿੱਖ ਆਪਣੇ ਜੀਵਨ ਦੇ ਵਿੱਚ ਬਾਣੀ ਤਾਂ ਪੜ੍ਹੀ ਜਾਏ, ਲੇਕਿਨ ਨਾਲ ਨਾਲ ਉਹਨਾਂ ਕਾਰਜਾਂ ਨੂੰ ਵੀ ਕਰਦਾ ਕਿਧਰੇ ਚਲਾ ਜਾਏ, ਜਿਨ੍ਹਾਂ ਤੋਂ ਗੁਰੂ ਨਾਨਕ ਸਤਿਗੁਰ ਨੇ, ਗੁਰੂ ਅੰਗਦ ਸਾਹਿਬ ਨੇ ਦੂਜੇ ਜਾਮੇ 'ਚ, ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਸਾਨੂੰ ਸਮਝਾਏ ਸਨ। ਕਿਉਂਕਿ ਇਹਨਾਂ ਸਾਰੀਆਂ ਗੱਲਾਂ ਨੂੰ ਸਤਿਗੁਰੂ ਅਮਰਦਾਸ ਬੜੀ ਭਲੀ ਭਾਂਤ ਜਾਣਦੇ ਸਨ। ਕਿਉਂਕਿ ਉਹਨਾਂ ਦੇ ਗੁਰੂ ਕਾਲ ਦੇ ਹੁੰਦਿਆਂ ਹੀ ਲੰਗਰ ਵਿੱਚ ਲੋਕ ਜਾਤ ਅਭਿਮਾਨੀ ਲੰਗਰ ਨਹੀਂ ਛਕਦੇ ਸਨ। ਇਸ ਕਰਕੇ ਉਸ ਟਾਈਮ ਇਹ ਹਿਦਾਇਤ ਕਰ ਦਿੱਤੀ ਗਈ ਸੀ, ਪਹਿਲੇ ਪੰਗਤ ਪਾਛੇ ਸੰਗਤ। ਇਹ ਗੁਰੂ ਅਮਰਦਾਸ ਪਾਤਸ਼ਾਹ ਦੇ ਟਾਈਮ ਹਰ ਆਉਣ ਵਾਲੇ ਸ਼ਰਧਾਲੂ, ਸੇਵਕ, ਸਿੱਖ ਨੂੰ ਪਹਿਰੇਦਾਰ ਹੀ ਦੱਸ ਦਿੰਦੇ ਸਨ, ਜਿਸ ਦੇ ਨਾਲ ਜਾਤਾਂ ਦਾ ਅਭਿਮਾਨ ਖਤਮ ਹੋ ਸਕੇ। ਔਰ ਸਤਿਗੁਰੂ ਇਹ ਵੀ ਭਲੀ ਭਾਂਤ ਜਾਣਦੇ ਸਨ ਕਿ ਸਿੱਖ ਦਾ ਵਾਤਾਵਰਨ, ਰਹਿਣ ਸਹਿਣ ਅਨਮਤੀ ਵਿਚਾਰਾਂ ਵਿੱਚ ਚੱਲ ਰਿਹਾ ਹੈ। ਅੱਜ ਵੀ ਸਾਡਾ ਆਲਾ ਦੁਆਲਾ, ਸਾਡਾ ਵਾਤਾਵਰਨ ਅਨਮਤੀ ਵਿਚਾਰਾਂ ਵਿੱਚ ਤੁਰਦਾ ਹੈ। ਉਹ ਅਨਮਤੀ ਵਿਚਾਰ ਹਨ ਜਿਹੜੇ ਸਨਾਤਨੀ ਵਿਚਾਰ ਵਿੱਚ
ਲੋਕਾਂ ਨੂੰ ਗ੍ਰਸਤ ਕੀਤਾ ਗਿਆ ਔਰ ਇੱਕ ਵੱਖਰੀ ਸ਼੍ਰੇਣੀ ਬਣਾ ਕੇ ਉਹਨਾਂ ਨੇ ਧਰਮ ਦੇ ਉੱਪਰ ਆਪਣਾ ਹੱਕ ਜਮਾ ਲਿਆ। ਸਤਿਗੁਰੂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਬਾਰੀਕੀ ਨਾਲ ਪਹਿਲੇ ਜਾਮੇ ਤੋਂ ਹੀ ਸਮਝਿਆ ਸੀ ਔਰ ਪਹਿਲੇ ਜਾਮੇ ਵਿੱਚ ਹੀ ਇਹ ਹਿਦਾਇਤਾਂ ਸਾਨੂੰ ਕਰਦੇ ਚਲੇ ਆ ਰਹੇ ਸਨ ਕਿ ਸਿੱਖ ਦੇ ਅੰਦਰ ਜੋ ਕਾਲਪਨਿਕ ਸਵਰਗ ਨਰਕ ਹੈ, ਇਸ ਦੀ ਤਮੰਨਾ ਪੂਰਨ ਤੌਰ ਤੇ ਜੜੋਂ ਮੁਕਾਈ ਜਾਏ, ਕੁਰੇਦ ਕੇ ਅੰਦਰੋਂ ਖਤਮ ਕੀਤੀ ਜਾਏ। ਫਿਰ ਮੌਤ ਦਾ ਡਰ ਸਭ ਤੋਂ ਪਹਿਲਾਂ ਗੁਰੂ ਨਾਨਕ ਸਤਿਗੁਰੂ ਨੇ ਪਹਿਲੇ ਜਾਮੇ ਸਾਡੇ ਅੰਦਰੋਂ ਮੁਕਾਉਣ ਵਾਸਤੇ ਇਹ ਹਿਦਾਇਤ ਕੀਤੀ, ਪਹਿਲੇ ਮਰਨ ਕਬੂਲ ਜੀਵਨ ਕੀ ਛੜਿਆਸ। ਜੀਵਨ ਜਨਮ ਔਰ ਮੌਤ ਵਿੱਚ ਦਿੱਤਾ ਹੋਇਆ ਸਵਾਸਾਂ ਦਾ ਖਜ਼ਾਨਾ ਹੈ ਔਰ ਇਹਨਾਂ ਸਵਾਸਾਂ ਨੂੰ ਗੁਰੂ ਦੇ ਹੁਕਮ ਵਿੱਚ ਜੀਣ ਦੀ ਤਰੀਕਾ, ਗੁਰੂ ਦੇ ਹੁਕਮ, ਅਕਾਲ ਪੁਰਖ ਦੇ ਹੁਕਮ ਵਿੱਚ ਜੀਣ ਦਾ ਢੰਗ ਹੈ, ਜਿਸ ਦੇ ਬਾਰੇ ਪਹਿਲੀ ਪੌੜੀ ਚ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਖੂਬਸੂਰਤ ਵਿਚਾਰ ਰੱਖ ਦਿੱਤੇ ਔਰ ਉਹਨਾਂ ਚਾਰ ਪ੍ਰਚਲਿਤ ਵਿਚਾਰਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਅਸਲ ਜਿਹੜੀ ਗੁਰਮਤਿ ਦੀ ਵਿਚਾਰ ਸੀ ਉਸ ਨੂੰ ਰੱਖਿਆ। ਕਿਉਂਕਿ ਲੋਕ ਇਹ ਸਮਝਦੇ ਸਨ ਤੀਰਥਾਂ ਤੇ ਇਸ਼ਨਾਨ ਕਰਕੇ ਜਿਹੜਾ ਹੈ ਮਨੁੱਖ ਪਵਿੱਤਰ ਹੋ ਜਾਂਦਾ ਹੈ, ਵਰਤ ਰੱਖ ਕੇ ਮਨੁੱਖ ਪਵਿੱਤਰ ਹੋ ਜਾਂਦਾ ਹੈ, ਜਾਂ ਚੁੱਪ ਰਹਿ ਕੇ ਆਪਣੇ ਮਨ ਨੂੰ ਕਾਬੂ ਕਰ ਸਕਦਾ ਹੈ, ਜਾਂ ਚਤਰਾਈ ਤੇ ਚਲਾਕੀ ਨਾਲ ਭਾਵ ਗਿਆਨ ਨੂੰ ਇਕੱਤਰ ਕਰਕੇ ਮਨੁੱਖ ਪਵਿੱਤਰ ਹੋ ਸਕਦਾ ਹੈ। ਸਤਿਗੁਰੂ ਨੇ ਇਹਨਾਂ ਚਾਰਾਂ ਨੂੰ ਪਿੱਛੇ ਕਰਕੇ ਇੱਕ ਖੂਬਸੂਰਤ ਵਿਚਾਰ ਦਿੱਤੀ ਔਰ ਇੱਕ ਸਵਾਲ ਵੀ ਰੱਖ ਦਿੱਤਾ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਦੀ ਰਜਾ, ਉਸ ਮਾਲਕ ਦੀ ਰਜਾ ਦੇ ਵਿੱਚ ਪਾਓ, ਉਹਦੇ ਹੁਕਮ ਵਿੱਚ ਤੁਰਨਾ ਹੀ ਸਿੱਖ ਦਾ ਪਹਿਲਾ ਫਰਜ਼ ਬਣਾ ਦਿੱਤਾ। ਇਹ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਦਾ ਹੁਕਮ ਹਰ ਸਿੱਖ ਵਾਸਤੇ ਸੀ। ਔਰ ਗੁਰੂ ਅਮਰਦਾਸ ਪਾਤਸ਼ਾਹ ਸਿੱਖਾਂ ਦੇ ਅੰਦਰ, ਬਹੁਤ ਸਾਰੇ ਸਿੱਖਾਂ ਵਿੱਚ ਤੇ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਸਨ, ਲੇਕਿਨ ਬਹੁਤ ਐਸੇ ਲੋਕ ਹੁੰਦੇ ਹਨ ਜਿਹੜੇ ਅੱਧੇ ਕੱਚੇ ਤੇ ਅੱਧੇ ਪੱਕੇ ਹੁੰਦੇ ਹਨ, ਕੰਪਰੋਮਾਈਜ਼ ਕਰਨ ਦੀ ਰਾਹ ਤੇ ਤੁਰਦੇ ਹਨ। ਇੱਕ ਗੱਲ ਤੇ ਜਦ ਅਸੀਂ ਕੰਪਰੋਮਾਈਜ਼ ਕਰਦੇ ਹਾਂ ਘਰਾਂ ਦੇ ਅੰਦਰ, ਪਰਿਵਾਰ ਦੇ ਅੰਦਰ, ਜਾਂ ਆਪਣੇ ਜੀਵਨ ਦੇ ਅੰਦਰ, ਆਪਣੇ ਮਨ ਨਾਲ ਅਸੀਂ ਕੰਪਰੋਮਾਈਜ਼ ਕਈ ਵਾਰੀ ਮਨ ਦੇ ਨਾਲ ਕਰਦੇ ਹਾਂ, ਕਈ ਵਾਰੀ ਪਰਿਵਾਰ ਦੇ ਨਾਲ ਕਰਦੇ ਹਾਂ, ਕਈ ਵਾਰੀ ਸਮਾਜ ਵਿੱਚ ਬੈਠ ਕੇ ਕਰ ਲੈਂਦੇ ਹਾਂ, ਜੋ ਗੁਰਮਤਿ ਤੋਂ ਉਲਟ ਚੀਜ਼ਾਂ ਹੁੰਦੀਆਂ ਹਨ, ਤਾਂ ਉਹ ਖਤਰਨਾਕ ਹੋ ਜਾਂਦੀਆਂ ਹਨ। ਆਉਣ ਵਾਲੇ ਸਮੇਂ ਵਿੱਚ ਪੀੜ੍ਹੀ ਦਰ ਪੀੜ੍ਹੀ ਉਹ ਚੀਜ਼ਾਂ ਖਤਮ ਨਹੀਂ ਹੋ ਪਾਉਂਦੀਆਂ। ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁਕਮ ਕੀਤਾ, ਉਸ ਹੁਕਮ ਨੂੰ ਬਾਬਾ ਅਮਰਦਾਸ ਜੀ ਨੇ ਵਸੀਅਤ ਦੇ ਤੌਰ ਤੇ ਕਲਮਬੰਦ ਕੀਤਾ। ਇਸ ਨੂੰ ਕਲਮਬੰਦ ਕਰਦਿਆਂ ਹੋਇਆਂ ਬਾਣੀ ਦੀ ਖੂਬਸੂਰਤੀ ਔਰ ਰਚਨਾ ਔਰ ਉਸ ਦੇ ਬਾਰੇ ਸਮਝ ਨੂੰ ਬੜੀ ਸੁੰਦਰਤਾ ਨਾਲ ਲਿਖਿਆ, ਜਿਸ ਦੇ ਨਾਲ ਪਤਾ ਲੱਗਦਾ ਹੈ ਕਿ ਬਾਬਾ ਸੁੰਦਰ ਜੀ, ਜੋ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਪੋਤਰੇ ਹਨ, ਉਹਨਾਂ ਦੇ ਅੰਦਰ ਵੀ ਜੀਵਨ ਦਾ ਕਿੰਨਾ ਉੱਚਾ ਕਿਰਦਾਰ ਹੋਏਗਾ, ਕਿੰਨਾ ਗੁਰਮਤਿ ਦਾ ਉਹਨਾਂ ਦੇ ਅੰਦਰ ਪ੍ਰਭਾਸ਼ਾ ਵਸੀ ਹੋਏਗੀ। ਇਹ ਉਹਨਾਂ ਦੀ ਇਸ ਲਿਖਤ ਤੋਂ ਸਾਡੇ ਸਾਹਮਣੇ ਆਉਂਦੀ ਹੈ, ਕਿਉਂਕਿ ਗੁਰਬਾਣੀ ਉਸੇ ਦੀ ਦਰਜ ਕੀਤੀ ਗਈ ਹੈ ਜਿਨ੍ਹਾਂ ਦਾ ਜੀਵਨ ਗੁਰਬਾਣੀਮਈ ਸੀ, ਜਿਨ੍ਹਾਂ ਨੇ ਆਪਣਾ ਆਚਰਣ, ਆਪਣੇ ਜੀਵਨ ਦਾ ਹਰ ਪਲ ਗੁਰਬਾਣੀ ਅਨੁਸਾਰ ਸਵਾਰਿਆ ਹੋਇਆ ਸੀ, ਭਾਵ ਜਿਹੜੇ ਗੁਰਬਾਣੀ ਬਣੇ ਹੋਏ ਸਨ। ਇਸ ਬਾਣੀ ਦੇ ਅੰਦਰ ਹਰ ਉਸ ਗੱਲ ਨੂੰ ਸਾਹਮਣੇ ਰੱਖ ਦਿੱਤਾ ਗਿਆ, ਸਿਰਫ ਇਸ ਦੀ ਪਰਿਭਾਸ਼ਾ ਨੂੰ, ਇਹਦੀ ਫਿਲਾਸਫੀ ਨੂੰ
ਗੁਰਬਾਣੀ ਨੂੰ ਸਮਝਣ ਵਾਲੇ ਹੀ ਸਮਝ ਸਕਦੇ ਨੇ, ਕਿਉਂਕਿ ਕਈ ਚੀਜ਼ਾਂ ਅਨਮਤੀ ਵਿਚਾਰਧਾਰਾ ਦੇ ਲਫ਼ਜ਼ ਆਏ ਨੇ, ਲੇਕਿਨ ਉਹ ਉਸ ਤੌਰ ਤੇ ਨਹੀਂ ਆਏ ਜਿਸ ਢੰਗ ਨਾਲ ਅਸੀਂ ਉਹਨੂੰ ਸਮਝ ਲੈਂਦੇ ਹਾਂ। ਔਰ ਇਹਨਾਂ ਗਲਤੀਆਂ ਕਾਰਨ ਉਹਨਾਂ ਦੇ ਤਿਉਹਾਰ ਵੀ ਅਸੀਂ ਮਨਾਈ ਜਾ ਰਹੇ ਹਾਂ, ਪਿੱਤਰ ਪੂਜਾ ਵੀ ਅਸੀਂ ਕਰੀ ਜਾ ਰਹੇ ਹਾਂ, ਅਸੀਂ ਸ਼ਰਾਧਾਂ ਵਿੱਚ ਵੀ ਫਸੀ ਜਾ ਰਹੇ ਹਾਂ ਤੇ ਮ੍ਰਿਤਕ ਸੰਸਕਾਰ ਦੇ ਉਹਨਾਂ ਕਾਰਜਾਂ ਨੂੰ ਗੁਰਮਤ ਦੀ ਬਾਣੀ ਪੜ੍ਹਦਿਆਂ ਹੋਇਆਂ ਵੀ ਕਰਦੇ ਚਲੇ ਜਾਂਦੇ ਹਾਂ। ਅਸੀਂ ਜਪਜੀ ਸਾਹਿਬ ਦੀ ਬਾਣੀ ਅੰਤਮ ਸੰਸਕਾਰ ਵੇਲੇ ਪੜ੍ਹਦੇ ਹੁੰਦੇ ਹਾਂ, ਲੇਕਿਨ ਕਿਰਿਆ ਕਰਨ ਵੇਲੇ ਉਹਨੂੰ ਅਗਨ ਭੇਟ ਕਰਨ ਵੇਲੇ ਉਹ ਸਾਰੇ ਵਹਿਮ ਕਰਦੇ ਹੁੰਦੇ ਹਾਂ ਜਿਹੜੇ ਕਿ ਅਨਮਤੀ ਵਿਚਾਰਧਾਰਾ ਤੋਂ ਆਏ ਹਨ। ਭਾਵ ਉਹਨਾਂ ਅਨਮਤੀ ਵਿਚਾਰਧਾਰਾ ਨੂੰ ਅਸੀਂ ਤਿਆਗ ਨਹੀਂ ਸਕੇ ਹਾਂ। ਜਿਸ ਤਰ੍ਹਾਂ ਕਿ ਜਦ ਅਸੀਂ ਸਰੀਰ ਸਵਾਸਾਂ ਨੂੰ ਛੱਡ ਦਿੰਦਾ ਹੈ ਤੇ ਉਹ ਮ੍ਰਿਤਕ ਸਰੀਰ ਜਿਹਦੇ ਵਿੱਚ ਆਤਮਾ ਨਿਕਲਦੀ ਹੈ, ਰੱਬ ਦੀ ਜੋਤ ਨਿਕਲਦੀ ਹੈ, ਉਸ ਨੂੰ ਫਿਰ ਮੰਜੇ ਤੇ ਥੱਲੇ ਪਾ ਦਿੰਦੇ ਹਨ। ਤੇ ਗੁਰਮਤ ਵਿੱਚ ਇਸ ਦੀ ਮਨਾਹੀ ਹੀ ਹੈ, ਲੇਕਿਨ ਆਮ ਦੇਖਿਆ ਜਾਂਦਾ ਹੈ ਕਿ ਇਸ ਕਰਮ ਨੂੰ ਕੀਤਾ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੇ ਕੰਮ ਮੈਂ ਇੱਕ ਟੁੰਕਤ ਮਾਤਰ ਤੁਹਾਡੇ ਸਾਹਮਣੇ ਰੱਖੇ ਹਨ। ਅੱਗੇ ਡਿਟੇਲ ਵਿੱਚ ਇਹਨਾਂ ਦੀ ਪੂਰਨ ਤੌਰ ਤੇ ਪੂਰੀ ਵਿਆਖਿਆ ਦੇ ਤੌਰ ਤੇ ਇਸ ਨੂੰ ਕਰਾਂਗੇ। ਬਾਣੀ ਦੇ ਨਾਲ ਨਾਲ ਕੁਝ ਸ਼ਬਦ ਜਿਹੜੇ ਨੇ, ਜਿਹੜੀਆਂ ਭੂਮਿਕਾ ਵਿੱਚ ਗੱਲਾਂ ਸਮਝਣ ਵਾਲੀਆਂ ਨੇ, ਉਹਨਾਂ ਨੂੰ ਅਸੀਂ ਪਹਿਲਾਂ ਸਮਝ ਲਈਏ ਕਿ ਇਸ ਬਾਣੀ ਨੂੰ ਸਮਝਣ ਤੋਂ ਪਹਿਲਾਂ ਇਹਦੇ ਅਰਥ ਭਾਵ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਖੂਬਸੂਰਤ ਕੀਤੇ ਨੇ, ਔਰ ਉਹਨਾਂ ਨੇ ਆਪਣੀ ਕਲਮ ਵਿੱਚ ਲਿਖਿਆ ਹੈ ਕਿ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਜਦ ਇਸ ਬਾਣੀ ਦੇ ਅਰਥ ਔਰ ਵਿਆਕਰਣ ਦਾ ਖੂਬਸੂਰਤ ਤਰੀਕਾ ਸੁਣਿਆ ਤੇ ਉਹਨਾਂ ਨੇ ਇੱਕ ਲੇਖ ਦੇ ਤੌਰ ਤੇ ਉਹਨਾਂ ਨੂੰ ਲਿਖਣ ਲਈ ਕਿਹਾ ਤੇ ਬਾਅਦ ਵਿੱਚ ਉਹ ਕਿਤਾਬਚੇ ਵਿੱਚ ਵੀ ਛਪਿਆ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਅੰਦਰ ਬੜੇ ਹੀ ਸੁੰਦਰ ਤਰੀਕੇ ਨਾਲ ਲਿਖਦੇ ਹਨ ਉਸ ਵਾਰਤਾਲਾਪ ਨੂੰ। ਤੇ ਹੁਣ ਬਾਣੀ ਨੂੰ ਸਮਝਣ ਵਾਸਤੇ ਸਾਨੂੰ ਗੁਰਮਤ ਸਿਧਾਂਤਾਂ ਨੂੰ ਸਾਹਮਣੇ ਰੱਖਣਾ ਪਏਗਾ। ਸਾਨੂੰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਉਸ ਫਲਸਫੇ ਨੂੰ ਸਾਹਮਣੇ ਰੱਖਣਾ ਪਏਗਾ ਜਿਹੜੇ ਰੱਬੀ ਗੁਣ ਹਨ। ਤਦ ਸਾਨੂੰ ਗੱਲ ਪਕੜ ਵਿੱਚ ਆਏਗੀ ਤੇ ਸਾਡੇ ਅੰਦਰੋਂ ਉਹ ਕ੍ਰਿਤੀਆਂ ਜਿਹੜੀਆਂ ਬੜੀ ਹੀ ਪੂਰੇ ਤਰੀਕੇ ਨਾਲ ਸਾਡੇ ਅੰਦਰ ਫਸ ਚੁੱਕੀਆਂ ਨੇ, ਜਿਹੜੀਆਂ ਨਿਕਲ ਨਹੀਂ ਰਹੀਆਂ, ਅਸੀਂ ਆਪਣੇ ਘਰ ਵਿੱਚ ਕਈ ਵਾਰੀ ਗੱਲ ਕਰਦੇ ਹੋਏ ਉਹਨਾਂ ਬੁੜੀਆਂ ਦੇ ਅੱਗੇ, ਉਹਨਾਂ ਮਾਤਾਵਾਂ ਦੇ ਅੱਗੇ ਸਰੈਂਡਰ ਹੋ ਜਾਂਦੇ ਆ, ਕਿਉਂਕਿ ਮੌਕਾ ਐਸਾ ਨਹੀਂ ਹੁੰਦਾ। ਔਰ ਸਭ ਤੋਂ ਜਿਹੜੀ ਬੁਰੀ ਦਸ਼ਾ ਕੌਮ ਦੀ ਹੈ, ਜੋ ਮੈਂ ਹਰ ਇੱਕ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣਾ ਹਾਂ, ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਫੁੱਲ ਟਾਈਮ ਪ੍ਰਚਾਰਕ ਹੋਣ ਕਰਕੇ ਕੁਝ ਸਾਲਾਂ ਤੋਂ, ਕਿਉਂਕਿ ਫੁੱਲ ਟਾਈਮ ਪ੍ਰਚਾਰਕ ਹੋਣ ਦਾ ਮੇਰਾ ਮਕਸਦ ਹੀ ਸੀ ਕਿ ਮੈਂ ਸਮਝ ਸਕਾਂ ਕਿ ਪ੍ਰਬੰਧਕਾਂ ਦੀ ਕੀ ਹਾਲਤ ਹੈ, ਪ੍ਰਚਾਰਕਾਂ ਦੀ ਕੀ ਹਾਲਤ ਹੈ ਤੇ ਪ੍ਰਬੰਧਕਾਂ ਦੇ ਨਾਲ ਨਾਲ ਸੰਗਤ ਕੀ ਸੋਚਦੀ ਹੈ। ਤਦ ਹੀ ਕਿਸੇ ਚੀਜ਼ ਦੀ ਵਿਚਾਰ ਨੂੰ ਅਸੀਂ ਪ੍ਰਫੁੱਲਤ ਕਰ ਸਕਾਂਗੇ ਤੇ ਸਮਝ ਸਕਾਂਗੇ। ਮੈਂ ਇਹ ਦੇਖਦਾ ਹਾਂ ਹਰ ਜਗ੍ਹਾ ਤੇ ਪ੍ਰਚਾਰਕ ਨੂੰ ਹੀ ਕੰਪਰੋਮਾਈਜ਼ ਕਰਨਾ ਪੈ ਰਿਹਾ, ਪ੍ਰਬੰਧਕ ਨੂੰ ਕਰਨਾ ਪੈ ਰਿਹਾ, ਕਿਉਂਕਿ ਇਸ ਦੇ ਨਾਲ ਪੈਸਾ ਜੁੜ ਗਿਆ ਹੈ। ਧਰਮ ਦੇ ਵਾਸਤੇ ਧਨ ਪ੍ਰਾਪਤੀ ਨਹੀਂ ਸੀ, ਇੱਥੇ ਧਰਮ ਦੇ ਵਾਸਤੇ ਗਿਆਨ ਦੀ ਪ੍ਰਾਪਤੀ ਸੀ, ਸਤਸੰਗਤ ਦੀ, ਤੇ ਸਮਾਜ ਦੇ ਵਿੱਚ ਸੁੱਖ ਦੁੱਖ ਦੀ ਸਾਂਝ ਚੰਗੇ ਤਰੀਕੇ ਨਾਲ ਹੋ ਸਕੇ, ਉਸ ਦੇ ਵਾਸਤੇ ਗੁਰੂ ਘਰ ਬਣਾਏ ਸਨ। ਇੱਕ ਦੂਸਰੇ ਦੇ ਦੁੱਖ ਵਿੱਚ ਤੇ ਇੱਕ ਦੂਸਰੇ ਦੇ ਸੁੱਖ ਵਿੱਚ ਸ਼ਾਮਲ ਹੋ ਕੇ ਗੁਰਮਤ ਨੂੰ ਲਾਗੂ ਕਰ ਸਕੀਏ। ਗੁਰਬਾਣੀ ਦੀ ਪਰਿਭਾਸ਼ਾ ਨੂੰ ਅਸੀਂ, ਕਿਉਂਕਿ ਇਕੱਠੇ ਹੋ ਕੇ ਜਦ ਉਸ ਪਰਿਵਾਰ ਵਿੱਚ ਅਸੀਂ ਸੁੱਖ ਵਿੱਚ ਸ਼ਾਮਲ ਹੁੰਦੇ ਆ ਜਾਂ ਦੁੱਖ ਵਿੱਚ ਸ਼ਾਮਲ ਹੁੰਦੇ ਆ,
ਤੇ ਜਦ ਸਪੋਰਟ ਆਪਣੇ ਮਿੱਤਰਾਂ ਦੀ ਸਤਸੰਗੀਆਂ ਦੀ ਹੁੰਦੀ ਹੈ ਤੇ ਉਹ ਆਪਣੇ ਉਹਨਾਂ ਵੀਰਾਂ ਦਾ ਸਹੀ ਪ੍ਰੇਮ ਦੇ ਨਾਲ ਮੁਕਾਬਲਾ ਕਰਨ ਦੇ ਕਾਬਿਲ ਬਣ ਜਾਂਦੇ ਨੇ। ਤੇ ਇਸ ਲਈ ਸੰਗਤ ਦੀ ਜ਼ਰੂਰਤ ਸੀ ਤੇ ਇਹ ਸਾਡੇ ਲਈ ਸਮਝਣਾ ਬੜਾ ਜ਼ਰੂਰੀ ਹੈ। ਸਾਡੇ ਪ੍ਰਚਾਰਕ ਵੀਰਾਂ ਵਿੱਚ ਵੀ ਇਹ ਘਾਟ ਹੈ ਕਿ ਅਸੀਂ ਇੱਕ ਦੂਸਰੇ ਦੇ ਪਰਿਵਾਰਾਂ ਵਿੱਚ ਮਿਲਵਰਤਨ ਦਾ ਜਿਹੜਾ ਹੈ ਉਹ ਪ੍ਰਬੰਧ ਬੰਦ ਕਰ ਦਿੱਤਾ ਹੈ। ਮੈਂ ਦੇਖਦਾ ਸੀ ਜਦ 1978 ਕੈਂਪਾਂ ਵਿੱਚ ਅਸੀਂ ਸ਼ਾਮਲ ਹੋਏ, ਗੁਰਮਤਿ ਮਿਸ਼ਨਰੀ ਕਾਲਜ ਦੇ 79 ਵਿੱਚ ਸ਼ਾਮਲ ਹੋਏ ਤੇ ਪਰਿਵਾਰਾਂ ਸਮੇਤ ਸ਼ਾਮਲ ਹੁੰਦੇ ਸਨ, ਜਿਸ ਦੇ ਨਾਲ ਪਤਨੀ ਨੂੰ ਵੀ, ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਗੁਰਮਤਿ ਦੀ ਸਮਝ ਆਉਂਦੀ ਸੀ ਤੇ ਸਹਿਯੋਗ ਬਣਦਾ ਸੀ। ਅੱਜ ਉਹ ਗੁਰਮਤਿ ਕੈਂਪ ਜਿਹੜੇ ਨੇ ਉਹਨਾਂ ਲੋਕਾਂ ਨੇ ਬੜੀ ਚਤਰਾਈ ਨਾਲ ਸਾਡੇ ਤੋਂ ਖੋਹ ਲਏ ਔਰ ਉਹ ਪ੍ਰਬੰਧ ਅਸੀਂ ਨਹੀਂ ਕਰ ਪਾ ਰਹੇ। ਸੋ ਸਾਨੂੰ ਮੁੜ ਕੇ ਸੁਰਜੀਤ ਕਰਨੇ ਪੈਣਗੇ, ਭਾਵੇਂ ਵੱਖਰੇ ਨਾਮ ਤੋਂ ਸੁਰਜੀਤ ਕਰੀਏ ਅਸੀਂ। ਹੁਣ ਇਸ ਬਾਣੀ ਨੂੰ ਸਮਝਣ ਤੋਂ ਪਹਿਲਾਂ ਮਨੁੱਖ ਦੀ ਮੌਤ ਬਾਰੇ ਸਮਝਣਾ ਬੜਾ ਜ਼ਰੂਰੀ ਹੈ। ਮੌਤ ਕੀ ਹੈ? ਮੌਤ ਸਰੀਰ ਤੇ ਆਤਮਾ ਦੇ ਵਿਛੋੜੇ ਨੂੰ ਕਹਿੰਦੇ। ਅਸੀਂ ਜਿਹੜਾ ਮੌਤ ਦਾ ਡਰ ਸੰਸਾਰ ਵਿੱਚ ਬਣਾਇਆ ਧਾਰਮਿਕ ਲੋਕਾਂ ਨੇ ਕਿ ਪਤਾ ਨਹੀਂ ਮਰਨ ਤੋਂ ਬਾਅਦ ਕੀ ਹੋ ਜਾਏਗਾ, ਔਰ ਇਹਨਾਂ ਕਾਰਨਾਂ ਦੇ ਕਾਰਨ ਉਹ ਸਾਰੇ ਪਖੰਡ ਖੜੇ ਕੀਤੇ ਗਏ, ਉਹਨਾਂ ਨੂੰ ਅਸੀਂ ਸਮਝਾਂਗੇ। ਤੇ ਹੁਣ ਜੀਵ ਦਾ ਸਰੀਰ ਦੇ ਨਾਲ ਸੰਬੰਧ ਜਿਹੜਾ ਹੈ ਪੰਜ ਭੂਤਕ ਸਰੀਰ ਦੇ ਨਾਲ, ਉਹ ਆਤਮਾ ਤੇ ਰੱਬੀ ਜੋਤ ਦੇ ਨਾਲ ਹੈ। ਰੱਬੀ ਜੋਤ ਜਦ ਸਤਿਆ ਭਾਵ ਰੱਬ ਦੀ ਸਾਡੇ ਸਰੀਰ ਵਿੱਚੋਂ ਦੂਰ ਚਲੀ ਜਾਂਦੀ ਹੈ ਤੇ ਸਰੀਰ ਜਿਹੜਾ ਹੈ ਉਹ ਪੰਜ ਭੂਤਕ ਰਹਿ ਜਾਂਦਾ ਹੈ। ਮਨੁੱਖ ਸਾਰੀ ਉਮਰ ਸਰੀਰ ਨੂੰ ਸੰਭਾਲਣ ਵਿੱਚ ਹੀ ਲਗਾ ਦਿੰਦਾ ਹੈ ਤੇ ਢਿੱਡ ਭਰਨ ਵਿੱਚ ਹੀ ਲਾ ਦਿੰਦਾ ਹੈ। ਕਦੀ ਇਹ ਨਹੀਂ ਸੋਚਦਾ ਕਿ ਮਨ ਦੀ ਮੈਂ ਤਿਆਰੀ ਕਰਾਂ, ਸਤਸੰਗਤ ਕਰਾਂ। ਸਤਸੰਗਤ ਤੋਂ ਬਿਨਾਂ ਮਨ ਤਿਆਰ ਨਹੀਂ ਹੋਣਾ ਸੀ, ਔਰ ਮਨ ਤਿਆਰ ਹੋਏ ਬਿਨਾਂ ਤਨ ਪਵਿੱਤਰ ਨਹੀਂ ਹੋਣਾ ਸੀ। ਤਨ ਦਾ ਸੰਬੰਧ ਮਨ ਦੇ ਨਾਲ ਹੈ। ਅਸੀਂ ਤਨ ਪਵਿੱਤਰ ਕਰਨ ਦੇ ਆਰੇ ਲੱਗੇ ਰਹੇ ਤੇ ਭਾਵੇਂ ਕਿ ਅਸੀਂ ਇਹ ਕਹੀ ਜਾ ਰਹੇ ਹਾਂ ਕਿ ਤੀਰਥਾਂ ਤੇ ਜਾ ਕੇ ਨਹਾਉਣ ਦੇ ਨਾਲ ਸਰੀਰ ਪਵਿੱਤਰ ਨਹੀਂ ਹੁੰਦਾ, ਇਹ ਤੇ ਮੰਨ ਲਿਆ, ਲੇਕਿਨ ਮਨ ਦੀ ਤਿਆਰੀ ਵਾਸਤੇ ਕੋਈ ਕਾਰਜ ਅਸੀਂ ਕੀਤਾ ਨਹੀਂ। ਜਿਹੜੇ ਗੁਣ ਰੱਬ ਦੇ ਸਨ ਉਹ ਸਾਡੇ ਵਿੱਚ ਆਏ ਨਹੀਂ, ਅਸੀਂ ਉਹਨਾਂ ਨੂੰ ਅਪਣਾ ਨਹੀਂ ਸਕੇ। ਤੇ ਮੌਤ ਨੂੰ ਜਦ ਇਸ ਤਰੀਕੇ ਨਾਲ ਦੇਖਾਂਗੇ ਕਿ ਇਹ ਬਹੁਤ ਵੱਡੀ ਸਾਡੇ ਨੁਕਸਾਨ ਦੀ ਚੀਜ਼ ਨਹੀਂ ਹੈ, ਇਹ ਰੱਬ ਦੇ ਹੁਕਮ ਦੀ ਚੀਜ਼ ਹੈ। ਇਹ ਰੱਬ ਦੇ ਹੁਕਮ ਵਿੱਚ ਹੈ ਤੇ ਮੌਤ ਤੇ ਪ੍ਰਭੂ ਦੇ ਹੱਥ ਵਿੱਚ ਹੈ। ਉਸ ਦੇ ਹੁਕਮ ਵਿੱਚ ਸੰਸਾਰ ਵਿੱਚ ਅਸੀਂ ਆ ਰਹੇ ਹਾਂ, ਅਸੀਂ ਜਾ ਰਹੇ ਹਾਂ। ਔਰ ਗੁਰਬਾਣੀ ਇਸ ਗੱਲ ਨੂੰ ਤਾਕੀਦ ਕਰਦੀ ਹੈ, ਸਮਝਾਉਂਦੀ ਹੈ। ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ, ਇਸ ਗੱਲ ਨੂੰ ਸਮਝਾਉਂਦੀ ਹੈ। ਮਰਨ ਲਿਖਾਏ ਮੰਡਲ ਮੇ ਆਏ, ਇਸ ਗੱਲ ਨੂੰ ਸ਼ੇਖ ਫਰੀਦ ਜੀ ਵੀ ਸਮਝਾਉਂਦੇ ਨੇ। ਜਿਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇਖਾ ਲੈ ਆਏ। ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਣਾਏ। ਹੁਣ ਇਹਨਾਂ ਸ਼ਬਦਾਂ ਨੂੰ ਅਸੀਂ ਪੜ੍ਹ ਰਹੇ ਹਾਂ, ਅਖੰਡ ਪਾਠ ਰਾਹੀਂ ਪੜ੍ਹ ਰਹੇ ਹਾਂ, ਪਾਠ ਰਾਹੀਂ ਪੜ੍ਹਦੇ ਹਾਂ, ਪੜ੍ਹੀ ਜਾ ਰਹੇ ਹਾਂ। ਸਦ ਦੀ ਬਾਣੀ ਮੈਂ ਦੇਖਦਾ ਹਾਂ ਕਿ ਮ੍ਰਿਤਕ ਸੰਸਕਾਰ ਭਾਵ ਅਗਨ ਭੇਟ ਕਰਕੇ ਸਰੀਰ ਨੂੰ ਗੁਰਦੁਆਰਾ ਸਾਹਿਬ ਆ ਕੇ ਪੜ੍ਹਦੇ ਹਨ, ਅਲਾਣੀਆਂ ਦੇ ਵੀ ਜਾਪ ਕਰਦੇ ਹਨ। ਬਸ ਜਾਪ ਪੜ ਕਰਕੇ ਵਾਹਿਗੁਰੂ ਕਰਕੇ ਬਾਕੀ ਉਹ ਸਾਰੇ ਕੰਮ ਕਰਦੇ ਹਨ। ਗੁਰਦੁਆਰੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਫੋਟੋ ਵੀ ਰੱਖ ਦੇਣਗੇ, ਮੰਜਾ ਬਿਸਤਰਾ ਵੀ ਰੱਖ ਦੇਣਗੇ। ਕਈ ਜਗ੍ਹਾ ਇਹ ਦੇਖਿਆ ਜਾਂਦਾ ਜੋੜੇ ਵੀ ਲਿਆ ਕੇ ਅੱਗੇ ਰੱਖ ਦਿੰਦੇ ਹਨ। ਤੇ ਇਸ ਤਰ੍ਹਾਂ
ਸਾਡੀ ਅਵਸਥਾ ਉਹਨਾਂ ਬਾਣੀ ਤੋਂ ਉਲਟ ਹੀ ਚਲੀ ਜਾ ਰਹੀ ਹੈ। ਜਦ ਬਾਣੀ ਤੋਂ ਉਲਟ ਵਿਪਰੀਤ ਅਸੀਂ ਕੰਮ ਕਰ ਰਹੇ ਹਾਂ, ਫਿਰ ਉਸ ਬਾਣੀ ਦਾ ਫਾਇਦਾ ਕੀ ਹੈ? ਕਿਉਂਕਿ ਅਸੀਂ ਨਹੀਂ ਸਮਝ ਸਕੇ ਜਿਸਕੇ ਪੁਜੇ ਔਧ ਤਿਸੇ ਕੌਣ ਰਾਖੀ, ਆਵਤ ਕਿਨੇ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਗੁਰੂ ਨਾਨਕ ਸਤਿਗੁਰੂ ਜੀ ਕਹਿ ਰਹੇ ਨੇ। ਸੋ ਸਤਿਗੁਰੂ ਜੀ ਆਪਣੀ ਬਾਣੀ 'ਚ ਬਾਰ-ਬਾਰ ਇਹ ਸਾਨੂੰ ਕਹਿ ਰਹੇ ਨੇ, ਮੌਤ ਦੀ ਚਿੰਤਾ ਕਿਉਂ ਕਰ ਰਹੇ ਨੇ? ਕਿਉਂਕਿ ਚਿੰਤਾ ਤੇ ਤਦ ਕਰ ਜੇ ਇਹ ਮੌਤ ਘਰ ਘਰ ਵਿੱਚ ਨਹੀਂ ਆਂਦੀ ਹੋਵੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਦ ਸੰਸਾਰ ਨੇ ਥਿਰ ਨਹੀਂ ਰਹਿਣਾ, ਜਾਂ ਜਦ ਨਾ ਮੇਰਾ ਪਿਤਾ ਰਿਹਾ ਨਾ ਮੇਰੀ ਮਾਤਾ ਰਹੀ, ਤੇ ਫਿਰ ਸਾਰਿਆਂ ਦੀ ਕਿਸ ਤਰ੍ਹਾਂ ਰਹਿ ਸਕਦੀ? ਸਾਰੇ ਕਿਸ ਤਰ੍ਹਾਂ ਰਹਿ ਸਕਦੇ? ਇਹ ਕਿਸ ਤਰ੍ਹਾਂ ਸਾਡੇ ਅੰਦਰ ਪਦਾਰਥਾਂ ਦੀ ਪਕੜ ਦੇ ਕਾਰਨ ਬਣ ਚੁੱਕਾ ਹੈ, ਹੋ ਗਿਆ। ਇਹਦਾ ਕਾਰਨ ਹੈ ਕਿ ਅਸੀਂ ਮਨੁੱਖੀ ਜੀਵਨ ਨੂੰ ਨਹੀਂ ਸਮਝ ਸਕੇ। ਜਨਮ ਤੇ ਮੌਤ ਦੇ ਵਿੱਚ ਦੇ ਖੂਬਸੂਰਤ ਜੀਵਨ ਜੀਣ ਦੇ ਢੰਗ ਨੂੰ ਜੋ ਗੁਰੂ ਨੇ ਦੱਸਿਆ ਸੀ, ਅਸੀਂ ਨਹੀਂ ਸਮਝ ਸਕੇ। ਔਰ ਇਹ ਪੜ੍ਹਦੇ ਵੀ ਜਾ ਰਹੇ ਹਾਂ, ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ। ਇਹ ਸਿਰਫ ਪੜ੍ਹਨ ਤੱਕ ਸੀਮਤ ਆ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਸਾ ਕੀ ਵਾਰ ਦੀ ਬਾਣੀ ਦੇ ਅੰਦਰ ਬਹੁਤ ਸੋਹਣੇ ਔਰ ਸੁੰਦਰ ਤਰੀਕੇ ਨਾਲ ਸਾਨੂੰ ਸਮਝਾਇਆ ਹੈ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਾਉਨ, ਸਦਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ। ਇਹ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੌੜੀ ਰਾਗ ਦੇ ਅੰਦਰ ਸਾਨੂੰ ਸਮਝਾ ਦਿੱਤਾ। ਮੌਤ ਕਈ ਤਰੀਕਿਆਂ ਨਾਲ ਆ ਸਕਦੀ ਹੈ, ਉਹਦਾ ਇੱਕ ਤਰੀਕਾ ਨਹੀਂ। ਅਸੀਂ ਗਿਲਾ ਕਰਦੇ ਹਾਂ, ਖਬਰੇ ਸਾਡੇ ਘਰ ਹੀ ਕਿਉਂ ਮੌਤ ਆ ਗਈ, ਮੇਰਾ ਇੱਕ ਬੱਚਾ ਸੀ ਇਹ ਕਿਉਂ ਮਰ ਗਿਆ, ਦੂਜੇ ਦਾ ਕਿਉਂ ਨਹੀਂ ਮਰਿਆ। ਇਹ ਚੀਜ਼ਾਂ ਬੜੀਆਂ ਸਾਡੇ ਸਾਹਮਣੇ ਆਉਂਦੀਆਂ ਹਨ ਤੇ ਅਸੀਂ ਵਿਚਲਿਤ ਹੁੰਦੇ ਹਾਂ। ਵਿਚਲਿਤ ਹੋਣ ਦੇ ਕਾਰਨ ਇਹ ਹਨ ਕਿ ਅਸੀਂ ਬਿਨਾਂ ਸੋਚੇ ਸਮਝੇ ਮੋਹ ਪੈਦਾ ਕਰ ਲਿਆ ਹੈ। ਜਿਹੜਾ ਮੋਹ ਗੁਰੂ ਨੇ ਗੁਰਬਾਣੀ 'ਚ ਦੱਸਿਆ ਸੀ, ਜਿਸ ਤਰੀਕੇ ਨਾਲ ਮੋਹ ਨੂੰ ਅਸੀਂ ਅਪਣਾਉਣਾ ਸੀ, ਮੈਂ ਬਾਰ-ਬਾਰ ਸਾਰਿਆਂ ਨੂੰ ਬੇਨਤੀ ਕਰਦਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਸਰੀਰ ਦੇ ਖੂਬਸੂਰਤ ਪੱਖ ਵੀ ਨੇ, ਔਰ ਇਹ ਸਰੀਰ ਦੇ ਔਰ ਜੀਵਨ ਮਨੁੱਖੀ ਜੀਵਨ ਦੇ ਬਦਸੂਰਤ ਪੱਖ ਵੀ ਨੇ। ਬਦਸੂਰਤ ਤਦ ਬਣਦੇ ਨੇ ਜਦ ਇਹਨਾਂ ਨੂੰ ਵਰਤਣਾ ਗੁਰੂ ਤੋਂ ਨਹੀਂ ਸਿੱਖਦੇ, ਗੁਰੂ ਦੀ ਆਗਿਆ ਵਿੱਚ ਇਸ ਨੂੰ ਲੈ ਕੇ ਨਹੀਂ ਤੁਰਦੇ। ਔਰ ਖੂਬਸੂਰਤ ਤਦ ਬਣ ਜਾਂਦੇ ਨੇ ਜਦ ਇਹੀ ਹਥਿਆਰ ਗੁਰੂ ਦੀ ਆਗਿਆ 'ਚ ਅਸੀਂ ਇਸ ਨੂੰ ਮਨ ਨੂੰ ਕਾਬੂ ਕਰਕੇ ਵਰਤਦੇ ਹਾਂ। ਇਸ ਲਈ ਸਤਿਗੁਰ ਨੇ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਹੈ, ਹਸਤੀ ਸਿਰ ਜੋ ਅੰਕਸ਼ ਹੈ, ਅਹਰਣ ਸਿਰ ਜਿਉ ਦੇ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਹਾਥੀ ਦੇ ਅੰਕੁਸ਼ ਦੇ ਨਾਲ ਪ੍ਰਮਾਣ ਦਿੱਤਾ ਹੈ, ਬੜਾ ਖੂਬਸੂਰਤ ਪ੍ਰਮਾਣ ਹੈ। ਏਡਾ ਵੱਡਾ ਹਾਥੀ ਜੇ ਕਾਬੂ ਕੀਤਾ ਜਾ ਸਕਦਾ ਹੈ, ਤੇ ਮਨ ਵਰਗਾ ਹਾਥੀ ਜਿਹੜਾ ਜ਼ੁਲਮ ਦੇ ਰਾਹ ਤੇ ਤੁਰ ਜਾਂਦਾ ਹੈ ਔਰ ਫਿਰ ਡਰਪੋਕ ਬਣ ਜਾਂਦਾ ਹੈ ਔਰ ਸਾਰਾ ਉਮਰ ਹਰ ਪਲ ਮਰਦਾ ਰਹਿੰਦਾ ਹੈ, ਇਸ ਤੋਂ ਗੁਰੂ ਬਚਾਉਂਦਾ ਹੈ। ਤੇ ਗੁਰੂ ਦੀ ਸ਼ਰਨ 'ਚ, ਗੁਰੂ ਸ਼ਬਦ ਦੀ ਸ਼ਰਨ 'ਚ ਅਸੀਂ ਹਾਜ਼ਰ ਨਹੀਂ ਹੁੰਦੇ, ਜਿਸ ਕਰਕੇ ਗੁਰੂ ਦੇ ਨਾਲ ਸੰਬੰਧ ਟੁੱਟਣ ਕਰਕੇ ਅਸੀਂ ਆਪਣੇ ਜੀਵਨ ਵਿੱਚ ਇਸ ਦੁੱਖ ਨੂੰ ਪਾਉਂਦੇ ਹਾਂ। ਇਹ ਦੁੱਖ ਬਣ ਜਾਂਦਾ ਹੈ ਮੌਤ। ਜੇ ਮੌਤ ਨੂੰ ਸੁੱਖ ਬਣਾਉਣਾ ਹੈ ਤੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਦੀ ਪਰਿਭਾਸ਼ਾ ਨੂੰ ਸਮਝੀਏ ਔਰ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ ਰਾਹ ਤੇ ਤੁਰੀਏ। ਸਾਡਾ ਰਾਸਤਾ ਗੁਰਬਾਣੀ ਦੇ ਤਰੀਕੇ ਨਾਲ ਹੀ ਸਵਰ ਸਕਦਾ ਹੈ ਔਰ ਇਸ ਸਤਬਾਣੀ ਦੇ ਅੰਦਰ ਸਾਨੂੰ ਇਹ ਸਮਝੀਏ ਤੇ ਬਹੁਤ ਸੁੰਦਰ ਤਰੀਕੇ ਨਾਲ ਸਾਡੇ ਸਾਹਮਣੇ ਰੱਖਿਆ ਹੈ। ਔਰ ਇੱਕ ਕਿਸਮ ਦਾ ਇਹ ਪੱਕਾ ਹੁਕਮ ਹੈ, ਇਸ ਤੋਂ ਬਾਹਰ ਕੋਈ ਜਾ ਨਹੀਂ ਸਕਦਾ। ਇਸ ਤੋਂ ਬਾਹਰ ਜਾਣ ਵਾਲਾ ਗੁਰੂ ਦੀ ਆਗਿਆ ਵਿੱਚ ਮੰਨਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਨੇ
ਇੱਕ ਗੱਲ ਸਾਡੇ ਸਾਹਮਣੇ ਰੱਖੀ ਹੈ, ਸੋ ਸਿੱਖ ਸਖਾ ਬੰਦਾ ਪੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚਲੇ ਪਾਈ, ਵਿਛੜ ਚੋਟਾਂ ਖਾਵੇ। ਇਹ ਹੁਕਮ ਸਾਡੇ ਲਈ ਸਦਬਾਣੀ ਦਾ, ਸਾਡੇ ਜੀਵਨ, ਸਾਡੇ ਪਰਿਵਾਰ ਦੇ ਜੀਵਨ ਤੇ ਸਾਡੇ ਪੰਥ ਦੇ ਜੀਵਨ ਵਿੱਚ ਬਹੁਤ ਖੂਬਸੂਰਤ ਢੰਗ ਦੇ ਸਕਦਾ ਹੈ। ਜਿੰਨੀਆਂ ਕੁ ਗੱਲਾਂ ਅਸੀਂ ਕਰਦੇ ਹਾਂ ਕਿ ਅਸੀਂ ਬੜੇ ਬੁਰੇ ਤਰੀਕੇ ਨਾਲ ਦੁਸ਼ਮਣ ਦੇ ਜਾਲ ਵਿੱਚ ਫਸੇ ਹਾਂ। ਦੁਸ਼ਮਣ ਦੇ ਜਾਲ ਵਿੱਚੋਂ ਨਿਕਲਣ ਵਾਸਤੇ ਇੱਕੋ ਵਾਹਿਦ ਤਰੀਕਾ ਹੈ ਕਿ ਅਸੀਂ ਗੁਰਬਾਣੀ ਦੀ ਸ਼ਰਨ ਵਿੱਚ ਆ ਜਾਈਏ, ਔਰ ਗੁਰਬਾਣੀ ਦੀ ਸ਼ਰਨ ਵਿੱਚ ਆ ਕੇ ਸਾਨੂੰ ਸਮਝ ਵਿੱਚ ਆਏ ਕਿ ਮੌਤ ਕਿਸ ਨੂੰ ਕਹਿੰਦੇ। ਹੁਣ ਮੌਤ ਦੇਖੋ ਕਿੰਨੀ ਕਮਾਲ ਦੀ ਚੀਜ਼ ਹੈ, ਕਿਤਨੀ ਅਜੀਬ ਜੀ ਚੀਜ਼ ਸਾਡੇ ਸਾਹਮਣੇ ਬਣ ਜਾਂਦੀ ਹੈ। ਸਾਡੇ ਹਾਲਾਤ ਕਿਹੋ ਜਿਹੇ ਅਜੀਬ ਬਣਾ ਦਿੰਦੇ। ਜਿਸ ਮਨੁੱਖ ਨੂੰ ਅਸੀਂ ਪਾਲਿਆ ਹੁੰਦਾ ਹੈ, ਜਿਸ ਮਨੁੱਖ ਦੇ ਨਾਲ ਜੀਵਨ ਸਾਥ ਬਿਤਾਇਆ ਹੁੰਦਾ ਹੈ, ਉਹ ਜਦ ਰੱਬ ਦੀ ਸੱਤਿਆ ਚਲੀ ਜਾਏ, ਸਵਾਸ ਰੁਕ ਜਾਣ, ਤੇ ਅਸੀਂ ਆਪਣੇ ਹੱਥ ਨਾਲ ਫੂਕ ਕੇ ਆਉਂਦੇ ਹਾਂ। ਜੀਵਦੇ ਮਨੁੱਖ ਨੂੰ ਉਂਗਲ ਵੀ ਸੜ ਜਾਏ ਤੇ ਸਾਨੂੰ ਤਕਲੀਫ ਹੁੰਦੀ ਹੈ। ਜਿਹਦੇ ਵਿੱਚੋਂ ਜੋਤ ਨਿਕਲ ਜਾਏ, ਹੁਣ ਉਹਨੂੰ ਦੱਬ ਦਿਓ, ਉਹਨੂੰ ਅਗਨ ਭੇਟ ਕਰ ਦਿਓ, ਉਸ ਨੂੰ ਪਾਣੀ ਵਿੱਚ ਬਹਾ ਦਿਓ। ਕਈ ਲੋਕ ਛੱਤ ਦੇ ਉੱਪਰ ਰੱਖਦੇ ਨੇ ਇਲਕਾਵਾਂ ਖਾਣ ਵਾਸਤੇ। ਹਰ ਕਿਸੇ ਨੇ ਵੱਖਰੇ ਵੱਖਰੇ ਸਿਸਟਮ ਬਣਾਏ ਨੇ ਇਸ ਬੋਡੀ ਨੂੰ ਡਿਸਪੋਜ਼ ਕਰਨ ਦੇ। ਤੇ ਗੁਰਮਤ ਵਿੱਚ ਕੋਈ ਵਿਸ਼ੇਸ਼ ਤਰੀਕਾ ਡਿਸਪੋਜ਼ ਕਰਨ ਦਾ ਨਹੀਂ ਹੈ, ਲੇਕਿਨ ਅਗਨ ਭੇਟ ਦੇ ਤਰੀਕੇ ਨੂੰ ਤਰਜੀਹ ਦਿੱਤੀ ਗਈ ਹੈ। ਹੁਣ ਕਿੰਨੀ ਅਜੀਬ ਜੀ ਗੱਲ ਹੈ, ਜਦ ਸਰੀਰ ਨੂੰ ਫੂਕਣ ਜਾਂਦੇ ਹਾਂ ਤੇ ਉਸ ਟਾਈਮ ਦੀ ਉਹ ਅਵਸਥਾ ਜਿਹੜੀ ਘਰ ਦੀ ਨਾਰ ਹੈ, ਭਾਵ ਘਰ ਦੀ ਇਸਤਰੀ ਹੈ, ਜਿਹੜੀ ਮਾਂ ਦੇ ਪਾਲਣ ਤੋਂ ਬਾਅਦ ਸਭ ਤੋਂ ਜ਼ਿਆਦਾ ਪਤੀ ਦੇ ਨਾਲ ਪਤਨੀ ਦਾ ਤੇ ਪਤਨੀ ਦੇ ਨਾਲ ਪਤੀ ਦਾ ਸੰਬੰਧ ਹੁੰਦਾ ਹੈ ਅਖੀਲੇ ਦਮ ਤੱਕ, ਗ੍ਰਸਤ ਜੀਵਨ ਸੁਚਾਰੂ ਰੂਪ ਵਿੱਚ ਚੱਲਦਾ ਹੋਗਾ। ਉਸ ਬਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕੀ ਕਹਿੰਦੇ ਨੇ, ਘਰ ਕੀ ਨਾਰ ਬਹੁਤ ਹਿਤ ਜਾਸੋ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਇਸਤਰੀ ਵੀ ਮਰ ਜਾਏ ਪ੍ਰਾਣੀ ਤੇ ਰਾਤ ਨੂੰ ਉਸ ਡੈਡ ਬੋਡੀ ਕੋਲ ਨਹੀਂ ਬੈਠਦੀ। ਫਿਰ ਸਮਾਜ ਦੇ ਲੋਕ ਬੈਠਦੇ ਹਨ ਕਿ ਭਾਈ ਕੋਈ ਘਰ ਵਿੱਚ ਬੈਠੋ 4-7 ਰਿਸ਼ਤੇਦਾਰ, ਔਰ ਇਹ ਨਾ ਹੋਏ ਮੁੜ ਇਹ ਚਿਮੜ ਜਾਏ, ਉਸ ਨੂੰ ਫਿਰ ਭੂਤ ਤੇ ਪ੍ਰੇਤ ਦੇ ਤੌਰ ਤੇ ਮੰਨ ਲਿੱਤਾ ਜਾਂਦਾ ਹੈ। ਤੇ ਘਰ ਦੀ ਨਾਰ ਵੀ ਉਸ ਤੋਂ ਡਰਨ ਲੱਗ ਪੈਂਦੀ ਹੈ। ਜਿਹੜੀ ਪਤਨੀ ਬੱਚੇ ਪਾਲਦੀ ਹੈ, ਜਿਹੜਾ ਪਤੀ ਕਮਾ ਕੇ ਲਿਆ ਕੇ ਦਿੰਦਾ ਹੈ, ਉਸ ਪਤੀ ਤੋਂ ਹੀ ਉਹ ਪਤਨੀ ਜਿਸ ਤੋਂ ਪਤੀ ਤੋਂ ਆ ਸਕਦੀ ਹੈ, ਜਿਸ ਨੂੰ ਪਰਮੇਸ਼ਵਰ ਦਾ ਰੂਪ ਮੰਨਦੀ ਹੈ, ਉਸੇ ਦੇ ਸਰੀਰ ਮ੍ਰਿਤਕ ਹੋਣ ਤੇ ਉਸ ਦੇ ਕੋਲ ਬੈਠਣ ਤੋਂ ਡਰਦੀ ਹੈ। ਇਹ ਡਰ ਪੈਦਾ ਕੀਤਾ ਹੈ, ਇਸ ਕਾਰਨ ਪੈਦਾ ਹੋਇਆ ਹੈ ਕਿਉਂਕਿ ਧਾਰਮਿਕ ਲੋਕਾਂ ਨੇ ਮੌਤ ਤੇ ਜੀਵਨ ਦੇ ਸਹੀ ਜਿਹੜੇ ਚੀਜ਼ਾਂ ਨੂੰ ਸਮਝਾਇਆ ਨਹੀਂ ਹੈ। ਉਹਨਾਂ ਵਿਚਾਰਾਂ ਨੂੰ ਸਮਝ ਕੇ ਜੀਵਨ ਜੀਣ ਦੇ ਢੰਗ ਨੂੰ ਸਾਡੇ ਸਾਹਮਣੇ ਨਹੀਂ ਰੱਖਿਆ ਹੈ। ਕਿੰਨੀ ਕਮਾਲ ਦੀ ਗੱਲ ਹੈ, ਜਦ ਸਰੀਰ ਡੈਡ ਹੋ ਜਾਏ ਤੇ ਸੰਸਕਾਰ ਵੇਲੇ, ਅੰਤਮ ਸੰਸਕਾਰ ਵੇਲੇ ਅਗਨ ਭੇਟ ਜਦ ਅਸੀਂ ਸ਼ਮਸ਼ਾਨ ਘਾਟ ਤੇ ਲੈ ਕੇ ਜਾਣੇ, ਉਸੇ ਘਾਟ ਦੇ ਉੱਪਰ ਇੱਕ ਰਿਕਸ਼ੇ ਵਾਲੇ ਦੀ ਵੀ ਬੋਡੀ ਜਲ ਰਹੀ ਹੁੰਦੀ ਹੈ। ਉਸੇ ਅੰਗੀਠੇ ਦੇ ਉੱਪਰ ਇੱਕ ਕਰੋੜਪਤੀ ਦੀ ਵੀ ਬੋਡੀ ਜਲ ਰਹੀ ਹੁੰਦੀ ਹੈ। ਜਿਹੜਾ ਕਰੋੜਪਤੀ ਆਪਣੇ ਦਫ਼ਤਰ ਦੇ ਵਿੱਚ ਰਿਕਸ਼ੇ ਵਾਲੇ ਨੂੰ ਵੜਨ ਨਹੀਂ ਦਿੰਦਾ, ਆਪਣੇ ਬਰਾਬਰ ਆਪਣੇ ਡਰਾਈਵਰ ਨੂੰ ਬੈਠਣ ਨਹੀਂ ਦਿੰਦਾ, ਰੋਟੀ ਨਹੀਂ ਖਾਣ ਦਿੰਦਾ, ਆਪਣੇ ਘਰ ਦੇ ਅੰਦਰ ਵੱਖਰੇ ਕਮਰਿਆਂ 'ਚ ਖਵਾਉਂਦਾ ਹੈ, ਜਿਨ੍ਹਾਂ ਮਨੁੱਖਾਂ ਨੇ ਆਪਣੀ ਅਮੀਰੀ ਦਾ, ਆਪਣੀ ਜਾਤਾਂ ਦਾ, ਆਪਣੇ ਹੰਕਾਰ ਦਾ ਗੁਮਾਨ ਪਾਲ ਰੱਖਿਆ ਹੈ, ਉਹੀ ਮਰਨ ਵੇਲੇ ਉਸੇ ਜਗ੍ਹਾ ਤੇ ਜਾ ਕੇ ਅੰਤਮ ਅਗਨ ਭੇਟ ਕੀਤਾ ਜਾਂਦਾ ਹੈ। ਕੋਈ ਫਰਕ ਨਹੀਂ ਸਮਝਦਾ, ਕਿਉਂਕਿ ਅੱਗ ਨਹੀਂ ਫਰਕ ਸਮਝਦੀ, ਲੱਕੜ ਨਹੀਂ ਫਰਕ ਸਮਝਦੀ,
ਹਵਾ ਨਹੀਂ ਫਰਕ ਸਮਝਦੀ, ਮਿੱਟੀ ਨਹੀਂ ਫਰਕ ਸਮਝਦੀ। ਮੌਤ ਦੇ ਕਾਰਨਾਂ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੂੰ ਅਸੀਂ ਸਮਝਿਆ ਨਹੀਂ ਹੈ। ਮੌਤ ਦੇ ਕਈ ਕਾਰਨ ਹੋ ਸਕਦੇ ਹਨ। ਉਮਰ ਭੋਗ ਕੇ ਵੀ ਮਨੁੱਖ ਮਰਦਾ ਹੈ, ਉਮਰ ਪੂਰੀ ਹੋਣ ਤੇ ਵੀ ਮਨੁੱਖ ਮਰਦਾ ਹੈ, ਛੋਟੀ ਉਮਰੇ ਵੀ ਮਨੁੱਖ ਮਰ ਜਾਂਦਾ। ਇਹ ਜ਼ਰੂਰੀ ਨਹੀਂ ਕਿ ਛੋਟੀ ਉਮਰੇ ਕੋਈ ਐਕਸੀਡੈਂਟ ਨਾਲ ਹੀ ਮਰੇ, ਕਈ ਵਾਰੀ ਬਿਮਾਰੀ ਨਾਲ ਮਰ ਜਾਂਦਾ ਹੈ, ਕਈ ਵਾਰੀ ਵੈਸੇ ਹੀ ਮੌਤ ਆ ਜਾਂਦੀ ਹੈ, ਔਰ ਕਈ ਵਾਰੀ ਸਾਡੀ ਜੰਗ ਦੇ ਮੈਦਾਨ ਵਿੱਚ ਵੀ ਮੌਤ ਹੋ ਜਾਂਦੀ ਹੈ। ਔਰ ਮੌਤ ਕਈ ਵਾਰੀ ਉੱਚੇ ਆਚਰਣ ਕਰਕੇ ਧਾਰਮਿਕ ਅਕੀਦੇ ਕਾਰਨ ਵੀ ਹੋ ਜਾਂਦੀ ਹੈ। ਮੌਤ ਤੇ ਮੌਤ ਹੈ, ਔਰ ਮੌਤ ਜਦ ਆ ਜਾਏ ਤਦ ਉਸ ਦਾ ਸਰੀਰ ਉਸੇ ਜਗ੍ਹਾ ਹੀ ਅਗਨ ਭੇਟ ਕੀਤਾ ਜਾਂਦਾ ਹੈ, ਜਾਂ ਉਸੇ ਜਗ੍ਹਾ ਦੱਬਿਆ ਜਾਂਦਾ ਹੈ ਜਿਸ ਜਗ੍ਹਾ ਤੇ ਇੱਕ ਬਹੁਤ ਪਾਪੀ ਨੂੰ ਦੱਬਿਆ ਗਿਆ ਹੋਵੇ, ਇੱਕ ਬਹੁਤ ਕਾਤਲ ਨੂੰ ਲਿਆ ਕੇ ਫੂਕਿਆ ਗਿਆ ਹੋਵੇ। ਲੇਕਿਨ ਇਸ ਫਰਕ ਨੂੰ ਜਦ ਅਸੀਂ ਸਮਝ ਲਵਾਂਗੇ ਤੇ ਸਾਨੂੰ ਜੀਵਨ ਔਰ ਮੌਤ ਦੇ ਖੂਬਸੂਰਤ ਰੱਬ ਜੀ ਦੀ ਦਿੱਤੀ ਹੋਈ ਇਸ ਮਨੁੱਖੀ ਜੀਵਨ ਦੀ ਦਾਤ ਨੂੰ, ਜੀਵਨ ਦਾ ਆਨੰਦ ਆਣਾ ਸ਼ੁਰੂ ਹੋਏਗਾ। ਮੌਤ ਦੇ ਤੇ ਜੀਵਨ ਦੇ ਵਿੱਚ ਜਿਹੜੇ ਸਵਾਸਾਂ ਦਾ ਆਨੰਦ ਪ੍ਰਾਪਤ ਹੋਇਆ, ਇਹਨਾਂ ਨੂੰ ਅਸੀਂ ਤਾਂ ਹੀ ਨਹੀਂ ਪ੍ਰਾਪਤ ਕਰ ਸਕਦੇ ਕਿਉਂਕਿ ਆਪਣੇ ਅੰਦਰ ਕਿਨਕਾ ਮਾਤਰ ਹੀ ਹਉਮੈ ਹੋਵੇ। ਉਹ ਹੈ ਧਰਮ ਦੀ ਹਉਮੈ ਹੋਵੇ, ਜਾਤ ਦੀ ਹਉਮੈ ਹੋਵੇ, ਅਮੀਰੀ ਦੀ ਹਉਮੈ ਹੋਵੇ, ਤੇ ਭਾਵੇਂ ਔਰਤ ਮਰਦ ਵਾਲੀ ਹਉਮੈ ਹੋਵੇ। ਇਹ ਕਿਸੇ ਵੀ ਹਉਮੈ ਨੇ ਸਾਨੂੰ ਘਰ ਘਰ ਰੱਖਿਆ ਹੈ। ਇਸ ਹੰਕਾਰ ਦੇ ਵਿੱਚ ਅਸੀਂ ਫਸੇ ਹਾਂ। ਇਸੇ ਕਰਕੇ ਸਤਿਗੁਰੂ ਨੇ ਹਉਮੈ ਨੂੰ ਦਿਰਘ ਰੋਗ ਕਿਹਾ ਹੈ। ਬਹੁਤ ਭਿਅੰਕਰ ਰੋਗ ਹੈ, ਇਹਦਾ ਇਲਾਜ ਗੁਰਬਾਣੀ ਵਿੱਚ ਹੈ, ਗੁਰਬਾਣੀ ਰਾਹੀਂ ਅਸੀਂ ਲੱਭਣਾ ਹੈ। ਇਸ ਕਰਕੇ ਅਸੀਂ ਸਮਝਣਾ ਹੈ ਕਿ ਮੌਤ ਦੇ ਕਾਰਨ ਸਿਰਫ ਕਰਤੇ ਨੇ ਆਪਣੇ ਹੱਥ ਵਿੱਚ ਰੱਖੇ ਨੇ, ਕਿਸੇ ਹੋਰ ਦੇ ਹੱਥ ਵਿੱਚ ਨਹੀਂ ਨੇ। ਉਹਦੇ ਕਾਰਨਾਂ ਨੂੰ ਕਈ ਵਾਰੀ ਅਸੀਂ ਡਿਸਕਸ ਕਰਦੇ ਹਾਂ, ਫਲਾਣਾ ਜਨਮ ਹੋਇਆ ਤੇ ਉਹ ਬਿਮਾਰ ਕਿਉਂ ਹੋ ਗਿਆ, ਦੁਖੀ ਕਿਉਂ ਹੋ ਗਿਆ, ਜਾਂ ਇਹ ਸਵਾਲ ਖੜੇ ਕਰ ਲੈਂਦੇ ਹਾਂ ਕਿ ਫਲਾਣਾ ਤੇ ਅਜੇ ਬਹੁਤ ਚੰਗਾ ਇਨਸਾਨ ਸੀ, ਉਹ ਕਿਉਂ ਮਰ ਗਿਆ, ਜੇ ਫਲਾਣੇ ਨੇ ਉਹਨੂੰ ਕਿਉਂ ਮਾਰਤਾ। ਇਹ ਸਭ ਕਰਤੇ ਦੀ ਖੇਲ ਹੈ। ਕਾਰਨ ਕਰਤੇ ਵਸ ਹੈ, ਜਿਨ ਕਲ ਰਾਖੀ ਧਾਰ। ਇਹ ਗੱਲ ਸਮਝਣੀ ਪਏਗੀ, ਜਿਹੜੀ ਬਾਣੀ ਮਾਝ ਰਾਗ ਦੀ ਵਾਰ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝ ਵੱਲ ਲਈ ਦਿੱਤੀ ਹੈ। ਹੁਣ ਮੌਤ ਦੇ ਕਾਰਨਾਂ ਨੂੰ ਜੇ ਅਸੀਂ ਸਮਝ ਕੇ ਉਸ ਦਾ ਭਾਣਾ ਮੰਨਣਾ ਸਿੱਖ ਲਾਂਗੇ ਔਰ ਇਹ ਸਮਝ ਲਵਾਂਗੇ ਕਿ ਮੌਤ ਜਿਹੜੀ ਹੈ ਰੱਬ ਜੀ ਦੇ ਹੁਕਮ ਵਿੱਚ ਹੈ, ਜੰਮਣਾ ਵੀ ਰੱਬ ਜੀ ਦੇ ਹੁਕਮ ਵਿੱਚ ਹੈ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਸਾ ਰਾਗ ਵਿੱਚ ਸਾਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਮਝਾਉਂਦੇ ਹਨ। ਹੁਣ ਦੇਖੋ ਕਿੰਨੀ ਕਮਾਲ ਦੀ ਗੱਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਭੈਣ ਜੀ ਦੇ ਘਰ ਕੋਈ ਔਲਾਦ ਨਹੀਂ ਹੋਈ। ਦੁਨੀਆ ਗੁਰੂ ਨਾਨਕ ਦੇ ਦਰ ਤੋਂ ਪੁੱਤਰ ਮੰਗਣ ਆਉਂਦੀ ਹੈ, ਧੀਆਂ ਮੰਗਣ ਆਉਂਦੀ ਹੈ, ਲੇਕਿਨ ਕਦੀ ਗੁਰੂ ਨਾਨਕ ਪਾਤਸ਼ਾਹ ਦੀ ਬੇਬੇ ਨਾਨਕੀ ਜੀ ਨੇ ਨਹੀਂ ਮੰਗਿਆ ਕਿਸੇ ਟਾਈਮ ਪੁੱਤਰ ਦੀ ਦਾਤ, ਕਿਉਂਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਭਾਣੇ ਦੀ ਜਾਚ ਸਿੱਖ ਲਈ ਸੀ, ਹੁਕਮ ਦੀ ਜਾਚ ਸਿੱਖ ਲਈ ਸੀ, ਹੁਕਮ ਹੀ ਜੀਣਾ ਸਿੱਖ ਲਿਆ ਸੀ। ਭਾਈ ਮਰਦਾਨਾ ਜੀ ਦੇ ਬੱਚਿਆਂ ਨੂੰ ਪਾਲਿਆ, ਲੇਕਿਨ ਕਦੀ ਉਹਨਾਂ 'ਚ ਇਹ ਫਰਕ ਨਹੀਂ ਸਮਝਿਆ, ਕਿਉਂਕਿ ਉਹਨਾਂ ਨੂੰ ਆਪਣਾ ਭਰਾ ਹੀ ਮੰਨਦੇ ਸਨ। ਤੇ ਇਸ ਹੁਕਮ ਦੀ ਪਰਿਭਾਸ਼ਾ ਨੂੰ ਤਦ ਹੀ ਸਮਝਾਂਗੇ ਜਦ ਸਾਨੂੰ ਸਮਝ ਵਿੱਚ ਆਏਗੀ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਕਿਉਂਕਿ ਉਹਦਾ ਹੁਕਮ ਹੈ। ਕਈ ਲੋਕ ਬੱਚੇ ਨਾ ਹੋਣ ਕਰਕੇ ਅਣਗਿਣਤ ਕਿਸਮ ਦੇ ਜਿਹੜੇ ਹਨ ਪਾਖੰਡ ਕਰਨ ਤੁਰ ਪੈਂਦੇ ਹਨ। ਕਈ ਲੋਕ ਮੌਤ ਨਹੀਂ ਆਈ, ਬਿਮਾਰੀ 'ਚ ਫਸ ਗਏ, ਤੇ ਉਹ ਅਣਗਿਣਤ ਕਿਸਮ ਦੇ ਪਾਖੰਡਾਂ ਵਿੱਚ ਫਸ ਜਾਂਦੇ ਹਨ। ਤੇ ਜਦ ਅਸੀਂ ਇਹ ਸਮਝਾਂਗੇ ਕਿ ਆਗਿਆਕਾਰੀ ਕੀਨੀ ਮਾਇਆ, ਆਵਣ ਜਾਵਣ ਜਿਹੜਾ ਹੈ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਜਦ ਸਾਨੂੰ ਇਹ ਸਮਝ ਵਿੱਚ ਆਏਗੀ
नह किछ जन्मे नह किछ मरे, आपन आपन चलत आप ही करे। रब जी दे हुक्म विच सब कुछ है, ना कोई मरदा है ना कोई जमदा है, ये ओदे हुक्म विच है। तुसी सोचो कौन मरिया है? ਜਿਹੜਾ ਸਵਾਲ ਰੱਖਿਆ ਸਤਿਗੁਰੂ ਜੀ ਨੇ ਬਾਣੀ 'ਚ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ ਕੌਣ ਗਿਆ ਹੈ। ਮਿੱਟੀ ਤੇ ਮਿੱਟੀ ਚ ਰਲ ਗਈ, ਪਾਣੀ ਪਾਣੀ ਚ ਰਲ ਗਿਆ, ਹਵਾ ਹਵਾ ਚ ਰਲ ਗਈ, ਤੇ ਅੱਗ ਅੱਗ ਚ ਰਲ ਗਈ, ਤੇ ਫਿਰ ਕੌਣ ਮਰਿਆ ਹੈ, ਕੌਣ ਗਿਆ ਹੈ? ਗੱਲ ਤੇ ਜੋਤ ਦੀ ਹੈ, ਗੱਲ ਤੇ ਰੱਬ ਦੀ ਸੱਤਿਆ ਦੀ ਹੈ। ਜੋਤ ਰੱਬ ਦੀ ਸੱਤਿਆ ਨੂੰ ਕਹਿੰਦੇ ਹਨ, ਔਰ ਉਸ ਜੋਤ ਦੇ ਮਿਲਾਪ ਦੇ ਸਾਰੀ ਖੇਡ ਹੈ। ਇਹ ਰਚਨਾ ਹੀ ਰੱਬ ਜੀ ਦੀ ਬਣਾਈ ਹੋਈ ਹੈ, ਔਰ ਰਚਨਾ ਰੱਬ ਦੀ ਉਸਨੇ ਇਹ ਬਣਾ ਕੇ ਸਾਨੂੰ ਇੱਕ ਖੂਬਸੂਰਤ ਜੀਵਨ ਦਿੱਤਾ ਹੈ। ਜਦ ਅਸੀਂ ਮਾੜੇ ਕਰਮ ਕਰਦੇ ਹਾਂ ਤਦ ਦੁਨੀਆ ਵਿੱਚ ਚਲੇ ਜਾਂਦੇ ਹਾਂ, ਜਦ ਅਸੀਂ ਗੁਰੂ ਦੇ ਗੁਣਾਂ ਵਿੱਚ ਲੀਨ ਹੁੰਦੇ ਹਾਂ ਤਦ ਅਕਾਲ ਪੁਰਖ ਵਿੱਚ ਜੋਤ ਵਿੱਚ ਲੀਨ ਹੋ ਜਾਂਦੇ ਹਾਂ। ਗੱਲ ਤੇ ਜੋਤ ਦੀ ਹੈ, ਗੱਲ ਤੇ ਸਾਨੂੰ ਸਮਝਣ ਦੀ ਹੈ ਕਿ ਸਤਿਗੁਰ ਨੇ ਸਪਸ਼ਟ ਤੌਰ ਤੇ ਕਿਹਾ ਹੈ, ਉੱਥੇ ਤੇ ਫੈਸਲਾ ਕਰਮਾਂ ਦਾ ਹੋਣਾ। ਅੱਗੇ ਕਰਨੀ ਕੀਰਤ ਵਾਚੀਏ, ਅੱਗੇ ਤੇ ਇਹ ਵਾਚਣਾ ਹੀ ਨਹੀਂ ਹੈ ਕਿ ਅਸੀਂ ਕੀ ਖਾਧਾ ਹੈ ਕੀ ਨਹੀਂ ਖਾਧਾ ਹੈ, ਅਸੀਂ ਕੀ ਕੀਤਾ ਹੈ ਕੀ ਨਹੀਂ ਕੀਤਾ ਹੈ, ਅਸੀਂ ਕਿੰਨੇ ਸਮੁੰਦਰਾਂ 'ਚ ਇਸ਼ਨਾਨ ਕੀਤਾ ਹੈ ਜਾਂ ਕਿੰਨੇ ਤੀਰਥਾਂ 'ਚ ਇਸ਼ਨਾਨ ਕੀਤਾ ਹੈ। ਇਹਦਾ ਤੇ ਉੱਥੇ ਕੋਈ ਹਿਸਾਬ ਨਹੀਂ ਹੈ, ਉੱਥੇ ਤੇ ਕੋਈ ਬਈ ਖਾਤਾ ਨਹੀਂ ਹੈ ਐਸਾ ਜਿਸ ਨਾਲ ਸਾਡਾ ਕੋਈ ਹਿਸਾਬ ਹੋਣਾ ਹੈ ਔਰ ਉਸ ਹਿਸਾਬ ਦੇ ਰਾਹੀਂ ਸਾਨੂੰ ਸਜ਼ਾ ਲੱਗਣੀ ਹੈ। ਇਹ ਤੇ ਸਤਿਗੁਰੂ ਦੀ ਬਣਾਈ ਹੋਈ ਰਚਨਾ ਹੈ। ਇਹ ਮਿੰਟ ਵਿੱਚ ਉਸਨੇ ਜਨਮ ਦਿੱਤਾ ਹੈ ਤੇ ਆਪਣੇ ਹੀ ਹੁਕਮ ਵਿੱਚ ਉਸਨੇ ਆਪਣੀ ਬਣਾਈ ਹੋਈ ਰਚਨਾ ਵਿੱਚ ਉਸਨੇ ਸਾਨੂੰ ਅਗਲੀ ਜੂਨੀ ਦੇ ਦੇਣੀ ਹੈ। ਉਸ ਸਤਿਗੁਰ ਨੂੰ ਜਿਹੜਾ ਮਿੰਟਾਂ ਵਿੱਚ ਸੰਸਾਰ ਬਣਾਉਂਦਾ ਹੈ, ਰੋਜ਼ ਪਤਾ ਨਹੀਂ ਕਰੋੜਾਂ ਲੋਕ ਮਰਦੇ ਹਨ, ਕਰੋੜਾਂ ਜੀਵ ਮਰਦੇ ਹਨ ਔਰ ਕਰੋੜਾਂ ਜੀਵ ਜੰਮਦੇ ਹਨ। ਕਦੀ ਇੱਕ ਵਾਰੀ ਆਪਣੇ ਦਿਮਾਗ ਵਿੱਚ ਕਦੀ ਹਸਪਤਾਲਾਂ 'ਚ ਜਾ ਕੇ ਦੇਖੋ ਕਿੰਨੇ ਬੱਚੇ ਜੰਮਦੇ ਹਨ, ਤੇ ਕਈ ਜੰਮ ਕੇ ਮਰ ਜਾਂਦੇ ਹਨ, ਤੇ ਕਈ ਐਸੇ ਹਨ ਜਿਹੜੇ ਗਰਭ ਵਿੱਚ ਮਰ ਜਾਂਦੇ ਹਨ। ਕਈ ਐਸੇ ਕੀਟਾਣੂ ਹਨ, ਜੀਵਾਣੂ ਹਨ, ਉਹ ਜਿਹੜੇ ਮਾਂ ਦੇ ਗਰਭ ਵਿੱਚ ਕਰੋੜਾਂ ਹੁੰਦੇ ਹਨ, ਤੇ ਜਿਸ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਮਾਤ ਪਿਤਾ ਦੇ ਸੰਬੰਧ ਵਿੱਚੋਂ ਉਹ ਸੰਸਾਰ ਵਿੱਚ ਆਉਂਦੇ ਹਨ। ਮਾਂ ਦੇ ਗਰਭ ਵਿੱਚ 9 ਮਹੀਨੇ ਉਸ ਸਤਿਗੁਰ ਦੀ ਕਿਰਪਾ ਨਾਲ ਦਿੱਤੇ ਹੋਏ ਭੋਜਨ ਤੇ ਸਵਾਸਾਂ ਨਾਲ ਮਾਤਾ ਰਾਹੀਂ ਕਿੰਨਾ ਖੂਬਸੂਰਤ ਢੰਗ ਬਣਾਇਆ ਸਤਿਗੁਰ ਨੇ। ਇਸ ਢੰਗ ਨੂੰ ਕਦੀ ਸੋਚ ਕੇ ਦੇਖੋ, ਜਿਸ ਚੀਜ਼ ਨਾਲ ਅਸੀਂ ਕਿਰਨਾ ਕਰਦੇ ਹਾਂ ਉਹ ਚੀਜ਼ ਰੱਬ ਜੀ ਨੇ ਕਿੰਨੀ ਪਵਿੱਤਰ ਬਣਾਈ ਹੈ। ਜਿਸ ਦਿਨ ਰੱਬ ਦੀ ਬਣਾਈ ਹੋਈ ਰਚਨਾ ਜਨਮ ਔਰ ਮੌਤ ਦੇ ਵਿੱਚ ਦੇ ਜੀਵਨ ਨੂੰ ਖੂਬਸੂਰਤ ਤਰੀਕੇ ਨਾਲ ਸਮਝ ਲਓਗੇ, ਉਸ ਦਿਨ ਜਨਮ ਦੀ ਖੁਸ਼ੀ ਤੇ ਮੌਤ ਦਾ ਗਮ ਅੰਦਰੋਂ ਮੁੱਕ ਜਾਏਗਾ। ਇਹ ਸਤਿਗੁਰ ਦੀ ਰਚਨਾ ਹੀ ਹੈ ਜਿਹੜੀ ਸਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦੱਸਦੀ ਹੈ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਹਰਖ ਜਿਹੜੀ ਹੈ ਜਨਮ ਦੀ ਖੁਸ਼ੀ, ਸੋਗ ਮੌਤ ਦਾ ਗਮ, ਇਸ ਤੋਂ ਨਿਰਲੇਪ ਕੌਣ ਹੁੰਦਾ ਹੈ? ਜਿਹੜਾ ਜਨਮ ਔਰ ਮੌਤ ਦੇ ਆਉਣ ਜਾਣ ਦੇ ਢੰਗ ਨੂੰ ਗੁਰੂ ਰਾਹੀਂ ਸਮਝ ਲੈਂਦਾ ਹੈ। ਉਸ ਨੂੰ ਇਹ ਸਮਝ ਆ ਜਾਂਦੀ ਹੈ ਜਨਮ ਔਰ ਮੌਤ ਦੇ ਸਮਾਂ ਨਿਸ਼ਚਿਤ ਹੈ, ਇਹ ਕਿਸੇ ਨੂੰ ਨਹੀਂ ਪਤਾ ਕਿੰਨਾ ਹੈ। ਇਹ 1 ਸਾਲ ਦਾ ਹੈ, ਇਹ 5 ਸਾਲ ਦਾ ਹੈ, ਇਹ 10 ਸਾਲ ਦਾ ਹੈ, ਔਰ ਕਿਸੇ ਨੂੰ ਨਹੀਂ ਪਤਾ ਕਿ ਇਹ ਸਰੀਰ ਰੱਬ ਜੀ ਨੇ ਦਿੱਤਾ ਹੈ ਤੇ ਕਦ ਸੰਸਾਰ ਨੂੰ ਛੱਡ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਹਰ ਸੇਵੋ ਵੇਗ ਬਿਗਾਲੀ, ਦੇਰ ਨਾ ਕਰੋ ਪਰਮਾਤਮਾ ਦੇ ਗੁਣ ਧਾਰਨ ਕਰਨ ਵਾਸਤੇ, ਪਰਮਾਤਮਾ ਦੇ ਨਾਮ ਸਿਮਰਨ ਵਾਸਤੇ, ਪਰਮਾਤਮਾ ਦੀ ਦਿੱਤੀ ਹੋਈ ਬਾਣੀ ਗੁਰਬਾਣੀ ਉਹਨੂੰ ਜਪਣ ਵਾਸਤੇ। ਮੈਂ ਸਭ ਨੂੰ ਪ੍ਰੇਰਨਾ ਕਰਦਾ ਹਾਂ, ਹਰ ਸਟੇਜ ਤੇ ਪ੍ਰੇਰਨਾ ਕਰਨਾ ਹਾਂ, ਸਿੱਖ ਦਾ ਜਪ ਗੁਰਬਾਣੀ ਹੈ,
ਸਿੱਖ ਦਾ ਜੀਵਨ ਵਿੱਚ ਤਪ ਗੁਰਬਾਣੀ ਤੇ ਚੱਲਣਾ ਹੈ। ਜਿੰਨਾ ਸੌਖਾ ਗੁਰਬਾਣੀ ਨੂੰ ਪੜ੍ਹਨਾ ਅਸੀਂ ਸਮਝ ਲਿਆ ਹੈ, ਜਿੰਨਾ ਸੌਖਾ ਗੁਰਬਾਣੀ ਨੂੰ ਵਿਚਾਰਨਾ ਸਮਝ ਲਿਆ ਹੈ, ਉਨਾ ਸੌਖਾ ਉਹਨੂੰ ਜੀਣਾ ਨਹੀਂ ਹੈ। ਬਰਫ਼ ਤੇ ਬੈਠਣ ਦੀ ਆਦਤ ਪਾਓ, ਤੁਸੀਂ 1 ਮਹੀਨੇ ਵਿੱਚ ਆਦੀ ਹੋ ਜਾਓਗੇ। ਤੁਸੀਂ ਨੰਗੇ ਬਰਫ਼ ਤੇ ਸਾਲਾਂ ਬੱਧੀ ਬੈਠ ਸਕਦੇ ਹੋ। ਅੱਗ ਨੂੰ ਆਲੇ ਦੁਆਲੇ ਬਾਲ ਕੇ ਸਾਲਾਂ ਬੱਧੀ ਉਹਦੇ ਵਿੱਚ ਬੈਠ ਸਕਦੇ ਹੋ। ਖੂਹ ਵਿੱਚ ਸਾਲਾਂ ਬੱਧੀ ਬੈਠ ਸਕਦੇ ਹੋ। ਗੁਫਾਵਾਂ ਵਿੱਚ ਸਾਲਾਂ ਬੱਧੀ ਬੈਠ ਸਕਦੇ ਹੋ। ਲੇਕਿਨ ਗੁਰਬਾਣੀ ਵਿੱਚ 1 ਘੰਟੇ ਬਾਅਦ ਹੀ ਭਟਕ ਜਾਓਗੇ, ਅੱਧੇ ਘੰਟੇ ਬਾਅਦ ਹੀ ਭਟਕ ਜਾਓਗੇ। ਉਸੇ ਟਾਈਮ ਸਾਡੀ ਹਿੰਮਤ ਨਹੀਂ ਪੈਂਦੀ ਕਿ ਗੁਰਬਾਣੀ ਦੇ ਬਚਨਾਂ ਨੂੰ ਅਸੀਂ ਕਮਾ ਸਕੀਏ, ਗੁਰਬਾਣੀ ਦੇ ਨੂੰ ਜੀਵਨ ਵਿੱਚ ਢਾਲ ਸਕੀਏ। ਇਹਦੇ ਕਾਰਨ ਨੇ ਕਿ ਅਸੀਂ ਦੂਸਰਿਆਂ ਦੇ ਅੰਦਰ ਅਵਗੁਣ ਦੇਖਦੇ ਹਾਂ, ਅਸੀਂ ਦੂਸਰਿਆਂ ਦੇ ਅੰਦਰ ਗੁਣ ਨਹੀਂ ਦੇਖਦੇ ਹਾਂ। ਅਸੀਂ ਆਪਣੇ ਘਰ ਦੀ ਮੌਤ ਦੇਖਦੇ ਹਾਂ, ਦੂਸਰੇ ਦੇ ਘਰ ਵਿੱਚ ਆ ਰਹੀ ਮੌਤ ਨੂੰ ਨਹੀਂ ਦੇਖਦੇ, ਜਿਸ ਬਾਰੇ ਸਤਿਗੁਰ ਨੇ ਬਾਣੀ 'ਚ ਸਾਨੂੰ ਇਹੀ ਸਮਝਾਇਆ ਸੀ ਨਾ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਜੇ ਕੋਈ ਅਨਹੋਣੀ ਕਿਸੇ ਦੇ ਘਰ ਵਿੱਚ ਹੋ ਰਹੀ ਹੈ ਤਾਂ ਤੇ ਫਿਕਰ ਕਰ ਕਿ ਫਲਾਣੇ ਦਾ ਰਿਸ਼ਤੇਦਾਰ ਦੇਖੋ ਨਾ, ਕਈ ਵਾਰੀ ਸਾਡੇ ਵਿੱਚ ਪ੍ਰਚਾਰਿਆ ਜਾਂਦਾ ਹੈ 5-5 ਹਜ਼ਾਰ ਸਾਲ ਦੀ ਉਮਰ ਹੈ, ਕਈ ਵਾਰੀ ਸਾਡੇ ਅੰਦਰ ਪ੍ਰਚਾਰਿਆ ਜਾਂਦਾ ਹੈ ਲੰਬੀਆਂ ਉਮਰਾਂ ਨੇ। ਗੁਰਮਤ ਲੰਬੀ ਉਮਰ ਜਾਂ ਛੋਟੀ ਉਮਰ ਦੀ ਗੱਲ ਕਰਦੀ ਹੀ ਨਹੀਂ। ਗੁਰਮਤ ਤੇ ਗੱਲ ਕਰਦੀ ਹੈ ਜਿੰਨੀ ਉਮਰ ਮਿਲੀ ਹੈ ਉਸ ਉਮਰ ਅੰਦਰ ਰੱਬ ਦੀ ਜੇ ਬਚਨਾਂ ਨੂੰ ਕਮਾ ਕੇ, ਰੱਬ ਜੀ ਦੇ ਬਚਨਾਂ ਲਈ ਤੁਸੀਂ ਸ਼ਹੀਦ ਹੋ ਗਏ। ਸ਼ਹੀਦ ਮਰਨ ਨੂੰ ਨਹੀਂ ਕਹਿੰਦੇ ਹਨ, ਸ਼ਹੀਦ ਸੱਚ ਦੀ ਗਵਾਹੀ ਦੇਣ ਨੂੰ ਕਹਿੰਦੇ ਹਨ। ਸੋ ਗੁਰਮਤ ਮੌਤ ਦੇ ਰੋਣੇ ਕੁਰਲਾਣੇ ਨੂੰ ਛੱਡਣ ਦੀ ਕਹਿੰਦੇ ਹਨ। ਗੁਰਮਤ ਇਹ ਨਹੀਂ ਕਹਿੰਦੀ ਕਿ ਅਸੀਂ ਬਹਿ ਕੇ ਰੋਣ ਬੈਠ ਜਾਈਏ ਤੇ ਬਾਕੀ ਪ੍ਰਾਣੀ ਰੋਂਦੇ ਰਹਿਣ ਤੇ ਇੱਕ ਪ੍ਰਾਣੀ ਜਿਹੜਾ ਚਲਾ ਗਿਆ ਹੈ ਉਹ ਜਿਹੜਾ ਹੈ ਹੁਣ ਉਸ ਦੇ ਉੱਪਰ ਅਸੀਂ ਜਿਹੜਾ ਹੈ ਆਪਣਾ ਨੁਕਸਾਨ ਕਰੀਏ। ਸਤਿਗੁਰ ਨੇ ਜੀਵਨ ਦਿੱਤਾ ਹੈ, ਇੱਕ ਪ੍ਰਾਣੀ ਤੇ ਜਾ ਰਿਹਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਇੱਕ ਤੇ ਬਿਨਸ ਗਿਆ ਹੈ ਉਸ ਦੇ ਅੱਗੇ ਬੈਠਾ ਹੈ, ਇੱਕ ਆਪਣੇ ਆਪ ਨੂੰ ਮੰਨ ਰਿਹਾ ਹੈ ਕਿ ਮੈਂ ਤੇ ਹੁਣ ਮਰਨਾ ਹੀ ਨਹੀਂ। ਜਿਸ ਟਾਈਮ ਤੁਹਾਡੇ ਸਾਹਮਣੇ ਮੌਤ ਦਾ ਨਜ਼ਾਰਾ ਹੈ, ਕੋਈ ਮਰਿਆ ਹੈ, ਉਸ ਟਾਈਮ ਵਿਚਾਰਨਾ ਸ਼ੁਰੂ ਕਰ ਦਿਓ ਸਾਡੇ ਸਵਾਸ ਵੀ ਮੁੱਕਣ ਵਾਲੇ ਨੇ। ਦਿਨ ਔਰ ਰਾਤ ਰੋਜ਼ ਸੱਦਾ ਲੈ ਕੇ ਆ ਰਹੇ ਨੇ ਕਿ ਮੈਂ ਮੌਤ ਲੈ ਕੇ ਆ ਰਿਹਾ। ਤੁਹਾਡੀ ਮੌਤ ਆ ਰਹੀ ਹੈ। ਦਿਨ ਔਰ ਰਾਤ ਸਾਡੇ ਲਈ ਰੱਬ ਨੇ ਦਿੱਤੇ ਨੇ, ਨਾ ਕਿ ਮਹੀਨੇ, ਸਾਲ ਜਾਂ ਥਿੱਤਾਂ ਵਾਰਾਂ ਦਿੱਤੀਆਂ ਨੇ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਆਉਦ ਘਟੇ ਦਿਨਸ ਰਹਿਣਾਰੇ, ਮਨ ਗੁਰਮਿਲ ਕਾਜ ਸਵਾਰੇ। ਆਪਣੇ ਜੀਵਨ ਨੂੰ ਸਵਾਰਨਾ ਹੈ ਤੇ ਸਾਨੂੰ ਗੁਰੂ ਦੇ ਉਪਦੇਸ਼ ਨੂੰ ਸੁਣਨਾ ਪਏਗਾ ਤੇ ਗੁਰੂ ਨੂੰ ਮਿਲਣਾ ਹੀ ਪਏਗਾ। ਗੁਰੂ ਨੂੰ ਮਿਲਣ ਦਾ ਤਰੀਕਾ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਉਸ ਤੇ ਅਮਲ ਕਰਨਾ ਹੈ। ਗੁਰੂ ਦੇ ਦਰਸ਼ਨ ਉਸ ਤੇ ਗੁਰਬਾਣੀ ਦੇ ਅਮਲ ਵਿੱਚ ਨੇ, ਗੁਰੂ ਦੇ ਦਰਸ਼ਨ ਗੁਰਬਾਣੀ ਦੇ ਵਿਚਾਰ ਵਿੱਚ ਨੇ। ਗੁਰੂ ਦਾ ਮਿਹਰ ਜਿਹੜੀ ਹੈ ਗੁਰਬਾਣੀ ਪੜ੍ਹਨ ਵਿੱਚ ਹੈ। ਸੋ ਅਸੀਂ ਅੱਜ ਸਦ ਬਾਣੀ ਦੀ ਵਿਚਾਰ ਨੂੰ ਸ਼ੁਰੂਆਤ ਕੀਤੀ ਹੈ। ਇਸ ਸ਼ੁਰੂਆਤ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਜੋ ਵਸੀਅਤ ਦਿੱਤੀ ਹੈ, ਇਸ ਵਸੀਅਤ ਜਿਸ ਤਰ੍ਹਾਂ ਸੰਸਾਰ ਦਾ ਕੋਈ ਦਾਦਾ ਜਾਂ ਪਿਤਾ ਚੜ੍ਹਾਈ ਕਰਦਾ ਹੈ, ਉਹ ਵਸੀਅਤ ਲਿਖ ਕੇ ਜਾਂਦਾ ਹੈ ਕਿ ਫਲਾਣੀ ਕੋਠੀ ਫਲਾਣੇ ਨੂੰ ਮਿਲੇਗੀ, ਫਲਾਣੀ ਜ਼ਮੀਨ ਫਲਾਣੇ ਨੂੰ ਮਿਲੇਗੀ, ਫਲਾਣਾ ਇੰਨਾ ਸੋਨਾ ਧੀ ਨੂੰ ਮਿਲੇਗਾ, ਇੰਨਾ ਫਲਾਣੇ ਨੂੰ ਮਿਲੇਗਾ। ਇੱਥੇ ਵਸੀਅਤ ਕੁਝ ਹੋਰ ਹੀ ਕਰ ਗਏ ਸਤਿਗੁਰੂ ਜੀ। ਹਾਲਾਂਕਿ ਗੋਇੰਦਵਾਲ ਸ਼ਹਿਰ ਵਸਿਆ ਸੀ, ਉਹ ਨਹੀਂ ਕਿਹਾ ਕਿ ਇਹ ਫਲਾਣੇ ਨੂੰ ਦੇ ਦੇਣਾ, ਗੋਇੰਦਵਾਲ ਦੀ ਫਲਾਣੀ ਕੋਠੀ ਗੋਇੰਦਵਾਲ ਦੀ ਫਲਾਣੇ ਨੂੰ ਦੇ ਦੇਣਾ। ਆ ਗੁਰਦੁਆਰਾ ਸਾਹਿਬ ਬਣਾਇਆ ਬਾਬਾ ਮੋਹਣੀ ਜੀ ਨੂੰ ਦੇ ਦੇਣਾ, ਆ ਗੁਰਦੁਆਰਾ ਸਾਹਿਬ ਬਣਾਇਆ ਬਾਬਾ ਮੋਹਰੀ ਜੀ ਨੂੰ ਦੇ ਦੇਣਾ। ਸਤਿਗੁਰੂ ਨੇ ਦਿੱਤਾ ਹੈ ਕਿ ਤੁਹਾਨੂੰ ਮਨੁੱਖਾ ਜੀਵਨ ਮਿਲਿਆ ਹੈ ਤੇ ਤੁਹਾਡੇ ਕੋਲ ਸੱਦਾ ਆ ਰਿਹਾ ਹੈ, ਤੁਸੀਂ ਰੱਬ ਦੇ ਗੁਣਾਂ ਨੂੰ ਧਾਰਨ ਕਰੋ, ਸਿਮਰਨ ਕਰੋ, ਜੀਵਨ ਦੇ ਵਿਚਾਰਾਂ, ਜੀਣ ਦੇ ਵਿਚਾਰਾਂ ਨੂੰ ਬਦਲ ਦਿਓ।
ਗੰਦੇ ਵਿਚਾਰਾਂ ਦਾ ਤਿਆਗ ਕਰਕੇ ਪਵਿੱਤਰ ਵਿਚਾਰ ਗੁਰਬਾਣੀ ਰਾਹੀਂ ਧਾਰਨ ਕਰ ਲਓ। ਜਦ ਤੱਕ ਵਿਚਾਰਾਂ ਨੂੰ ਪਵਿੱਤਰ ਕਰਨ ਦੇ ਰਾਹ ਤੇ ਅਸੀਂ ਨਹੀਂ ਤੁਰਦੇ, ਜਦ ਤੱਕ ਵਿਚਾਰ ਸਾਡੇ ਗੁਰੂ ਦੇ ਆਸੇ ਅਨੁਸਾਰ ਨਹੀਂ ਬਣਦੇ, ਤਦ ਤੱਕ ਸਾਡੇ ਜੀਵਨ ਦੇ ਮਨੁੱਖਾ ਜੀਵਨ ਨੂੰ ਸਫਲ ਨਹੀਂ ਬਣਾ ਸਕਦੇ। ਇਸ ਕਰਕੇ ਪਿਆਰੇ ਸਤਸੰਗਿਓ, ਅੱਜ ਜਿਹੜੀ ਸੱਧ ਦੀ ਬਾਣੀ ਹੈ ਸਾਨੂੰ ਬਾਰ-ਬਾਰ ਇਹ ਸੰਦੇਸ਼ ਦੇ ਰਹੀ ਹੈ ਕਿ ਅਸੀਂ ਆਪਣੇ ਜੀਵਨ ਦੇ ਢੰਗ ਨੂੰ ਕਿਸ ਤਰ੍ਹਾਂ ਜੀਣਾ ਹੈ, ਕਿਸ ਤਰ੍ਹਾਂ ਆਪਣੇ ਅੰਦਰ ਮੌਤ ਦੇ ਡਰ ਨੂੰ ਮੁਕਾਉਣਾ ਹੈ। ਬਾਣੀ ਰਾਹੀਂ ਗੁਰਬਾਣੀ ਵਿੱਚ ਮੌਤ ਦੇ ਡਰ ਨੂੰ ਮੁਕਾਉਣ ਵਾਸਤੇ ਕਿਹਾ ਹੈ, ਔਰ ਇਹ ਗੱਲ ਪੱਕੀ ਕਰਤੀ ਹੈ ਕਿ ਪਹਿਲੇ ਮਰਨ ਕਬੂਲ ਜੀਵਨ ਕੀ ਛੜਿਆਸ। ਜਿਸ ਮਨੁੱਖਾ ਜੀਵਨ ਦੀ ਪ੍ਰਾਪਤੀ ਕੀਤੀ ਹੈ, ਇਸ ਦੀ ਆਸ ਵਿੱਚ ਨਾ ਬਹਿ ਕੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਾਬ ਕਰ। ਸਵਾਸਾਂ ਦੀ ਪੂੰਜੀ ਗੁਰੂ ਦੇ ਹੁਕਮ ਨੂੰ ਮੰਨ ਕੇ, ਗੁਰਬਾਣੀ ਨੂੰ ਸਮਝ ਕੇ ਜੀਵਨ ਜੀਣ ਦੇ ਢੰਗ ਨੂੰ ਅਪਣਾ। ਹੁਣ ਕਿੰਨੀ ਹਾਸੋਹੀਣ ਅਵਸਥਾ ਬਣ ਜਾਂਦੀ ਹੈ ਮਨੁੱਖ ਨੂੰ ਕਿ ਮੌਤ ਦੇ ਕਾਰਨਾਂ ਨੂੰ ਜਾਣਦਾ ਹੋਇਆ ਵੀ ਉਹ ਮੌਤ ਆਉਣ ਤੇ ਦੁਖੀ ਹੋ ਜਾਂਦਾ ਹੈ, ਕਿਉਂਕਿ ਜੰਮਣ ਮਰਨ ਦੇ ਹੁਕਮ ਨੂੰ ਪਹਿਚਾਨ ਨਹੀਂ ਪਾਇਆ ਹੈ। ਜਦ ਇਸ ਨੂੰ ਪਹਿਚਾਨ ਲਵੇ ਤੇ ਮਨੁੱਖ ਆਪਣੇ ਜੀਵਨ ਵਿੱਚ ਹੀ ਸਵਾਸਾਂ ਦੇ ਰਹਿੰਦਿਆਂ ਹੀ ਉਹ ਕਾਰਜ ਕਰਨੇ ਸ਼ੁਰੂ ਕਰ ਦਿੰਦਾ ਹੈ, ਜਿਨ੍ਹਾਂ ਕਾਰਜਾਂ ਰਾਹੀਂ ਆਉਣ ਵਾਲਾ ਸਵਾਸ ਜਿਹੜੇ ਹਨ ਉਹ ਸਫਲ ਹੋ ਜਾਂਦੇ ਨੇ। ਅਗਰ ਤੁਸੀਂ ਦੇਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ, ਤੇ ਉਹ 61-62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਹਨ, ਔਰ 11 ਸਾਲ ਅਣਥਕ ਸੇਵਾ ਕਰਨ ਤੋਂ ਬਾਅਦ ਗੁਰ ਪਦਵੀ ਦੇ ਮਾਲਕ ਬਣਦੇ ਹਨ, ਔਰ ਉਸ ਗੱਦੀ ਤੇ ਬਿਰਾਜਮਾਨ ਹੋ ਕੇ ਸਾਡੇ ਅਕੀਦੇ ਨੂੰ ਠੀਕ ਕਰਨ ਲਈ ਆਪਣੇ ਹੁਕਮਾਂ ਨੂੰ ਬਖਸ਼ਦੇ ਹਨ, ਗੁਰਬਾਣੀ ਨੂੰ ਬਖਸ਼ਦੇ ਹਨ, ਜੀਵਨ ਜੀਣ ਨੂੰ ਬਖਸ਼ਦੇ ਹਨ। ਪਹਿਲਾਂ ਉਹਨਾਂ ਨੇ ਗੁਰਬਾਣੀ ਨੂੰ ਜੀਣਾ ਸਿੱਖਿਆ। ਗੁਰੂ ਅਮਰਦਾਸ ਜੀ ਨੇ ਗੁਰਬਾਣੀ ਨੂੰ ਅਮਲ ਵਿੱਚ ਲਿਆਂਦਾ, ਆਪਣੇ ਆਪ ਨੂੰ ਗੁਰਬਾਣੀ ਮਈ ਕਰ ਦਿੱਤਾ, ਔਰ ਜਦ ਗੁਰਬਾਣੀ ਮਈ ਹੋ ਗਏ ਤਦ ਉਹ ਨਿਰੰਕਾਰ ਹੋ ਗਏ। ਜਿਸ ਤਰ੍ਹਾਂ ਗੁਰੂ ਨਾਨਕ ਨਿਰੰਕਾਰ ਸਨ, ਉਸ ਤਰ੍ਹਾਂ ਗੁਰੂ ਅੰਗਦ ਸਾਹਿਬ ਨਿਰੰਕਾਰ ਬਣੇ, ਔਰ ਫਿਰ ਗੁਰੂ ਅਮਰਦਾਸ ਪਾਤਸ਼ਾਹ ਨਿਰੰਕਾਰ ਬਣ ਕੇ ਸਾਨੂੰ ਇਹ ਖੂਬਸੂਰਤ ਬਾਣੀ, ਸੱਧ ਦੀ ਬਾਣੀ ਉਚਾਰ ਕੇ ਬਾਬਾ ਸੁੰਦਰ ਜੀ ਨੇ ਲਿਖ ਕੇ ਸਾਨੂੰ ਦਿੱਤੀ ਹੈ। ਇਸ ਬਾਣੀ ਨੂੰ ਅਗਲੇ ਵਿਚਾਰਾਂ ਵਿੱਚ ਜਿਹੜੇ ਬਾਣੀ ਦੇ ਬੰਦ ਹਨ, 6 ਬੰਦ ਹਨ, ਇਹਨਾਂ 6 ਬੰਦਾਂ ਵਿੱਚ ਇੱਕ ਬੰਦ ਵਿੱਚ ਸਾਰੇ ਪ੍ਰਮਾਣ ਉਹ ਰੱਖਾਂਗੇ ਜੋ ਸਤਿਗੁਰੂ ਪਾਤਸ਼ਾਹ ਬਾਣੀ ਰਾਹੀਂ ਸਾਨੂੰ ਰੋਕਣਾ ਚਾਹੁੰਦੇ ਨੇ, ਜੋ ਸਾਨੂੰ ਗੁਰਬਾਣੀ ਰਾਹੀਂ ਮ੍ਰਿਤਕ ਸਮੇਂ ਵਿੱਚ ਸਮਝਾਉਣਾ ਚਾਹੁੰਦੇ ਨੇ, ਔਰ ਜੀਵਨ ਦੇ ਵਿੱਚ ਕੀ ਅਪਣਾਉਣਾ ਹੈ ਇਸ ਨੂੰ ਸਮਝਾਉਣਾ ਚਾਹੁੰਦੇ ਨੇ। ਆਓ ਅਸੀਂ ਸਾਰੇ ਗੁਰੂ ਦੇ ਆਸੇ ਅਨੁਸਾਰ ਜੀਵਨ ਨੂੰ ਬਣਾਉਣ ਵਾਸਤੇ ਇੱਕ ਕਮਿਟਮੈਂਟ ਕਰੀਏ, ਇੱਕ ਵਾਅਦਾ ਕਰੀਏ ਸਤਿਗੁਰ ਦੇ ਨਾਲ, ਤੇ ਸਾਡਾ ਜੀਵਨ ਸਫਲ ਹੋ ਜਾਏ। ਜਿੰਨੇ ਸਵਾਸ ਬੱਚੇ ਨੇ ਇਹ ਸਫਲ ਹੋ ਜਾਣ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰਮਤਿ ਤੋਂ ਉਲਟ ਜਾਣੇ ਅਣਜਾਣੇ ਵਿੱਚ ਕੁਝ ਵੀ ਕਿਹਾ ਗਿਆ ਹੋਏ, ਖਿਮਾ ਦਾ ਜਾਚਕ ਹਾਂ ਜੀ। ਤੇ ਹੁਣ ਸਮਾਂ ਵੀਰ ਹਰਜੀਤ ਸਿੰਘ ਜੀ ਆਪਣੇ ਵਿਚਾਰ ਰੱਖਣਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।